जन नानक बोलै ब्रह्म विचार। जो सुनै कमावै सो उतरै पार। नासिरो मनसूर गुर गोबिंद सिंह। इजदी मंजूर गुर गोबिंद सिंह। हकरा गंजूर गुर गोबिंद सिंह। जुमला फैज़े नूर गुर गोबिंद सिंह। चवर छतर तखत दे मालक ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਆਪ ਸੰਗਤਾਂ ਨੇ ਹਾਜ਼ਰੀਨ ਹੋ ਕੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਹੁਣਾਂ ਪਾਸੋਂ ਸ਼੍ਰੀ ਮੁਖਵਾਕ ਗੁਰਬਾਣੀ ਦਾ ਫੁਰਮਾਨ ਸਰਵਣ ਕੀਤਾ ਹੈ। ਆਓ ਸਾਹਿਬ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਦਸਮ ਬਾਣੀ ਦੇ ਵਿੱਚੋਂ ਜੋ ਬਚਿੱਤਰ ਨਾਟਕ ਦੀ ਵਿਆਖਿਆ ਚੱਲ ਰਹੀ ਹੈ, ਬਾਣੀ ਨਾਲ ਜੁੜ ਕੇ ਸਮੇਂ ਨੂੰ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ। ਮਹਾਰਾਜ ਪਾਤਸ਼ਾਹ ਆਪਣੀ ਬਾਣੀ ਵਿੱਚ ਫੁਰਮਾਨ ਕਰਦੇ ਨੇ ਉਸ ਅਕਾਲ ਪੁਰਖ ਦੇ ਸਨਮੁਖ ਦੁਨੀਆ ਦੇ ਹਰ ਸੂਰਬੀਰ ਅਵਤਾਰ ਮਹਾਂਪੁਰਸ਼ ਨੂੰ ਰੱਖਦੇ ਨੇ ਵੀ ਕਿਵੇਂ ਉਹ ਪਰਮਾਤਮਾ ਆਪਣੇ ਕਾਲ ਦੇ ਨਾਲ ਸਾਰਿਆਂ ਦਾ ਖਾਤਮਾ ਕਰਦਾ ਹੈ, ਸਾਰੀ ਕ੍ਰਿਤ ਬਣਤਰ ਨੂੰ ਮਿਟਾ ਦਿੰਦਾ ਹੈ ਔਰ ਆਪ ਸਦੀਵੀ ਹੈ। ਜਿਨੈ ਦੀਪ ਦੀਪੰ ਦੁਹਾਈ ਫਿਰਾਈ। ਪੁਜਾ ਦੰਡ ਦੈ ਛੋਣ ਛਤਰੰ ਛਿਨਾਈ। ਮਹਾਰਾਜ ਕਹਿੰਦੇ ਨੇ ਜਿਨ੍ਹਾਂ ਸੂਰਬੀਰਾਂ ਨੇ, ਦੀਪ ਤੋਂ ਭਾਵ ਹੈ ਇਹ ਜਿਹੜੇ 7 ਹਿੱਸੇ ਨੇ ਦੀਪ ਨੇ। ਹੁਣ ਉਹ ਟੁਕੜਾ ਜਿਹਦੇ ਇਰਦ ਗਿਰਦ ਸਮੁੰਦਰ ਹੈ, ਅਫਰੀਕਾ, ਆਸਟ੍ਰੇਲੀਆ, ਇਹ ਏਸ਼ੀਆ ਸਾਰੇ ਜਿੰਨੇ ਟੁਕੜੇ ਨੇ, ਕਹਿੰਦੇ ਹੋਏ ਨੇ ਬੜੇ ਰਾਜੇ ਜਿਨ੍ਹਾਂ ਨੇ ਆਪਣੀ ਜਿੱਤ ਦਾ ਢੰਡੋਰਾ ਪਿਟਵਾਇਆ ਹੋਇਆ ਸੀ ਵੀ ਸਾਰੇ ਦੀਪ ਅਸੀਂ ਜਿੱਤੇ ਹੋਏ ਨੇ। ਮਹਾਰਾਜ ਕਹਿੰਦੇ ਭੁਜਾ ਦੰਡ ਦੈ ਛੋਣ ਛਤਰੰ ਛਿਨਾਈ। ਐਸੇ ਜਿਹੜੇ ਛਤਰੰਗ ਨੇ, ਸੂਰਮੇ ਨੇ, ਧਰਤੀ ਨੂੰ ਜਿੱਤਣ ਵਾਲੇ, ਅਕਾਲ ਪੁਰਖ ਨੇ ਭੁਜਾ ਦੰਡ ਦੈ ਆਪਣੀਆਂ ਬਲਵਾਨ ਭੁਜਾਵਾਂ ਨਾਲ ਸੂਰਮਿਆਂ ਨੂੰ ਦੰਡ ਦੇ ਕੇ ਖੁਰਾ ਖੋਜ ਮਿਟਾ ਕੇ ਛੋਣ ਤੋਂ ਭਾਵ ਹੈ ਧਰਤੀ ਖੋਹ ਲਈ, ਫਿਰ ਹੋਰ ਰਾਜੇ ਥਾਪ ਦਿੰਦਾ ਹੈ। ਕਰੇ ਜਗ ਕੋਟੰ ਜਸੰ ਅਨੇਕ ਲੀਤੇ। ਵਹੈ ਬੀਰ ਬੰਕੇ ਬਲੀ ਕਾਲ ਜੀਤੇ। ਬੜੇ ਬੜੇ ਸੂਰਬੀਰਾਂ ਨੇ ਯੱਗ ਕੀਤੇ, ਸਦੀਵੀ ਰਹਿਣ ਲਈ ਪ੍ਰਾਰਥਨਾਵਾਂ ਕੀਤੀਆਂ, ਪੂਜਨ ਕੀਤੇ, ਬਲੀਦਾਨ ਦਿੱਤੇ ਗਏ, ਬਲੀਆਂ ਦਿੱਤੀਆਂ ਵੀ ਸਾਡੀ ਉਮਰ ਵੱਧ ਜਾਵੇ। ਕਰੋੜਾਂ ਹੋਏ ਨੇ, ਕਰੋੜਾਂ ਇਹਨਾਂ ਨੇ ਜੱਗ ਕੀਤੇ ਨੇ। ਜਸੰ ਅਨੇਕ ਲੀਤੇ, ਵਡਿਆਈ ਵੀ ਬੜੀ ਖੱਟੀ ਦਾਨ ਪੁੰਨ ਕਰਕੇ। ਮਹਾਰਾਜ ਕਹਿੰਦੇ ਵਾਹੈ ਬੀਰ ਬੰਕੇ, ਬੜੇ ਬੜੇ ਬੰਕੇ ਜਵਾਨ
ਵੀਰ ਬਲਵਾਨ ਜਿਹੜੇ ਸਨ, ਬਲੀ ਕਾਲ ਜੀਤੇ, ਕਾਲ ਦੇ ਹੱਥੋਂ ਹਾਰ ਗਏ। ਦੁਨੀਆ ਜਿੱਤਣ ਵਾਲਿਆਂ ਨੂੰ ਕਾਲ ਨੇ ਜਿੱਤ ਲਿਆ। ਕਾਲ ਚਲਾਏ ਬੰਨ ਕੋਈ ਨਾ ਰਖਸੀ, ਗੁਰੂ ਗ੍ਰੰਥ ਸਾਹਿਬ ਵੀ ਕਹਿੰਦੇ ਨੇ, ਜਦੋਂ ਸਮਾਂ ਆਵੇ ਫਿਰ ਕੋਈ ਬਚਾ ਨਹੀਂ ਸਕਦਾ। ਕਈ ਕੋਟ ਲੀਨੇ ਜਿਨੈ ਦੁਰਗ ਢਾਹੇ, ਕਿਤੇ ਸੂਰ ਬੀਰਾਨ ਕੇ ਸੈਨ ਗਾਹੇ। ਕੋਟ ਤੋਂ ਭਾਵ ਹੈ ਜਿਨ੍ਹਾਂ ਨੇ ਕਰੋੜਾਂ ਕਿਲੇ ਜਿੱਤ ਲਏ, ਭਾਵ ਬੜੇ ਬੜੇ ਵੱਡੇ ਰਾਜ ਥਾਪੇ ਵਿਸਥਾਰ ਕੀਤਾ। ਜਿਨ੍ਹਾਂ ਦੁਰਗ ਢਾਹੇ, ਔਰ ਜਦੋਂ ਦੂਜਿਆਂ 'ਤੇ ਹਮਲਾ ਕਰਦੇ ਨੇ, ਰਾਜਿਆਂ ਨੂੰ ਜਿੱਤਦੇ ਨੇ, ਉਹਨਾਂ ਦੇ ਮਹਿਲਾਂ ਨੂੰ, ਕਿਲਿਆਂ ਨੂੰ ਮਿੱਟੀ ਵਿੱਚ ਮਿਲਾਉਣ ਵਾਲੇ ਸੂਰਮੇ। ਔਰ ਪਤਾ ਹੀ ਨਹੀਂ ਕਿੰਨੇ ਕੁ ਸੂਰਬੀਰਾਂ ਨੂੰ ਇਹਨਾਂ ਬਾਹੂਬਲੀਆਂ ਨੇ ਨਸ਼ਟ ਕੀਤਾ। ਗਾਹੇ ਤੋਂ ਭਾਵ ਹੈ ਮਿੱਟੀ ਵਿੱਚ ਮਿਲਾਇਆ। ਅਲੈਗਜ਼ੈਂਡਰ ਵਰਗੇ, ਸਿਕੰਦਰ ਵਰਗੇ ਦੁਨੀਆ ਜਿੱਤਣ ਵਾਲੇ ਮਹਾਰਾਜ ਕਹਿੰਦੇ ਨੇ, ਐਸਿਆਂ ਸੂਰਬੀਰਾਂ ਦੀਆਂ ਵੀ ਫੌਜਾਂ ਨੂੰ ਪਰਮਾਤਮਾ ਨੇ ਨਸ਼ਟ ਕਰ ਦਿੱਤਾ, ਖੁਰਾ ਖੋਜ ਮਿਟਾ ਦਿੱਤਾ। ਕਈ ਜੰਗ ਕੀਨੇ ਸੋ ਸਾਕੇ ਪਵਾਰੇ, ਵਾਹੈ ਦੀਨ ਦੇਖੇ ਗਿਰੇ ਕਾਲ ਮਾਰੇ। ਸੂਰਬੀਰਾਂ ਨੇ ਬੜੇ ਬੜੇ ਜੰਗ ਲੜੇ ਤੇ ਸਾਕੇ ਇਤਿਹਾਸ ਸਿਰਜ ਦਿੱਤੇ, ਜਿਨ੍ਹਾਂ ਦੀਆਂ ਗਾਥਾਵਾਂ ਚੱਲਦੀਆਂ ਨੇ। ਪਵਾਰੇ ਤੋਂ ਭਾਵ ਬੜੇ ਪਵਾੜੇ ਪਾਏ ਇਹਨਾਂ ਸੂਰਬੀਰਾਂ ਨੇ, ਬੜੀ ਕਤਲੋ ਗੈਰਤ ਕੀਤੀ ਹੈ। ਸਾਕੇ ਦਾ ਮਤਲਬ ਬਲ ਵੀ ਹੁੰਦਾ, ਜ਼ੋਰ ਨਾਲ ਅਗਲੇ ਨੂੰ ਜਿੱਤਣਾ। ਬੜੇ ਪਵਾੜੇ ਮਹਾਰਾਜ ਕਹਿੰਦੇ ਪਾਏ। ਵਾਹੈ ਦੀਨ ਦੇਖੇ, ਜਿਨ੍ਹਾਂ ਦੁਨੀਆ ਨੂੰ ਗਰੀਬ ਕਰ ਦਿੱਤਾ, ਦੀਨ ਕਰ ਦਿੱਤਾ, ਝੁਗਾ ਲਿਆ। ਜਦੋਂ ਮੌਤ ਆਈ, ਕਾਲ ਆਇਆ, ਤੇ ਕਾਲ ਦੇ ਅੱਗੇ ਕਹਿੰਦੇ ਉਹ ਹਠੀ ਕਾਲ ਦੇ ਅੱਗੇ ਅੜੀ ਕਰਨ ਵਾਲੇ, ਨਾ ਛੱਡ ਕੇ ਜਾਣ ਵਾਲੇ ਕਾਲ ਦੇ ਅੱਗੇ ਹੱਥ ਜੋੜ ਕੇ ਖਲੋਤੇ ਵੇਖੇ ਨੇ। ਭਾਵ ਮੌਤ ਤੋਂ ਵੱਡਾ, ਪਰਮਾਤਮਾ ਦੇ ਕਾਲ ਤੋਂ ਵੱਡਾ ਕੋਈ ਸੂਰਬੀਰ ਨਹੀਂ ਹੈ। ਅੱਗੇ ਮਹਾਰਾਜ ਫੁਰਮਾਨ ਕਰਦੇ ਨੇ, ਜਿਨੈ ਖੰਡੀਅੰ ਦੰਡ ਧਾਰੰ ਅਪਾਰੰ, ਕਰੇ ਚੰਦਰਮਾ ਸੂਰ ਚੇਰੇ ਦੁਆਰੰ। ਕੁਝ ਐਸੇ ਮਹਾਬਲੀ ਹੋਏ ਨੇ ਜਿਨ੍ਹਾਂ ਨੇ ਟੁਕੜੇ ਟੁਕੜੇ ਕਰ ਦਿੱਤੇ ਆਪਣੇ ਦੁਸ਼ਮਣਾਂ ਦੇ। ਦੰਡ ਧਾਰੰਗ, ਔਰ ਉਹਨਾਂ ਨੂੰ ਦੰਡ ਦਿੱਤਾ ਗਿਆ। ਅਪਾਰੰਗ, ਕਿੰਨੀ ਗਿਣਤੀ ਹੈ ਕੋਈ ਕਰ ਨਹੀਂ ਸਕਦਾ ਦੁਨੀਆ ਜਿੱਤਣ ਵਾਲਿਆਂ ਦੀ। ਇੱਕ ਸੂਰਮੇ ਦਾ ਹੁਣ ਜ਼ਿਕਰ ਕਰਨਗੇ, ਕਹਿੰਦੇ ਕਰੇ ਚੰਦਰਮਾ ਸੂਰ ਚੇਰੇ ਦੁਆਰੰ। ਚੇਰੇ ਕਹਿੰਦੇ ਨੇ ਚੇਲੇ ਨੂੰ, ਵੀ ਧਰਤੀ ਦੀ ਤੇ ਛੱਡੋ, ਕਹਿੰਦੇ ਤਿੰਨਾਂ ਲੋਕਾਂ ਵਿੱਚ ਉਹਨਾਂ ਦੀ ਜੈ ਜੈਕਾਰ ਸੀ। ਭਾਵ ਇੰਨੀ ਤਾਕਤ ਸੀ ਵੀ ਸਮੁੱਚੀ ਲੋਕਾਈ ਉਹਨਾਂ ਅੱਗੇ ਝੁਕਦੀ ਸੀ। ਕਹਿੰਦੇ ਚੰਦਰਮਾ ਸੂਰਜ ਵਰਗੇ ਵੀ ਉਹਨਾਂ ਦੇ ਹੁਕਮ ਵਿੱਚ ਸਨ। ਇਹ ਮਹਾਰਾਜ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਰਾਵਣ ਬਾਬਤ ਇਹ ਜ਼ਿਕਰ ਕੀਤਾ ਹੈ। ਕਹਿੰਦੇ ਉਹਦੀ ਆਬਾਦੀ ਇੰਨੀ ਸੀ ਪਰਿਵਾਰ ਦੀ, ਉਹਦੀਆਂ ਫੌਜਾਂ ਇੰਨੀਆਂ ਸਨ ਵੀ ਰਸੋਈ ਤਪਦੀ ਰਹਿੰਦੀ ਸੀ। ਇਉਂ ਜਾਪਦਾ ਸੀ ਜਿਵੇਂ ਸੂਰਜ ਤੇ ਚੰਦ ਉਹਦੀ ਰਸੋਈ ਧਾਉਂਦੇ ਨੇ। ਉਹ ਫੌਜਾਂ ਦੇ ਪਰਿਵਾਰ ਦੇ ਲਿਬਾਸ ਧੋਣ ਲਈ ਭੱਠੀਆਂ ਤਪਦੀਆਂ ਹੀ ਰਹਿੰਦੀਆਂ ਸਨ। ਐਸਾ ਜਿਹੜਾ ਰਾਵਣ ਸੀ, ਕਹਿੰਦਾ ਸੀ ਚੰਦ ਸੂਰ ਕਾਲ ਨੂੰ ਮੈਂ ਜਿੱਤਿਆ ਹੈ। ਔਰ ਕਹਿੰਦੇ ਦੇਵਤਿਆਂ ਦੇ ਰਾਜੇ ਇੰਦਰ ਨਾਲ ਲੜਦਾ ਹੈ। ਜਿਨੇ ਇੰਦਰ ਸੇ ਜੀਤ ਕਹਿ ਛੋੜ ਡਾਰੇ, ਜਿੱਤ ਕੇ ਇੰਦਰ ਨੂੰ ਛੱਡ ਦੇਣਾ, ਵੀ ਜਾ ਚਲਿਆ ਜਾ, ਤੇਰੇ ਤੇ ਤਰਸ ਆ ਗਿਆ, ਦਇਆ ਆ ਗਈ। ਸੋ ਐਸੇ ਐਸੇ ਸੂਰਬੀਰ ਜਿਹੜੇ ਨੇ ਜਿਨ੍ਹਾਂ ਅੱਗੇ ਦੁਨੀਆ ਝੁਕਦੀ ਸੀ। ਵਾਹੈ ਦੀਨ ਦੇਖੇ ਗਿਰੇ ਕਾਲ ਮਾਰੇ। ਕਹਿੰਦੇ ਉਹ ਕਾਲ ਦੇ ਅੱਗੇ ਦੀਨ ਵੇਖੇ ਗਏ, ਕਾਲ ਦੇ ਅੱਗੇ ਉਹ ਝੁਕ ਜਾਂਦੇ ਰਹੇ। ਐਸੇ 1 ਲੱਖ ਪੂਤ 1.25 ਲੱਖ ਨਾਤੀ, ਤਿਹ ਰਾਵਣ ਘਰ ਦੀਆ ਨਾ ਬਾਤੀ। ਚੰਦ ਸੂਰਜਾਂ ਕੀ ਤਪਤ ਰਸੋਈ।
ਬੈਸੰਤਰ ਜਾਂ ਕੈ ਕੱਪੜਾ ਧੋਈ, ਜਿਹਦੇ ਹੁਕਮ ਵਿੱਚ ਇਹ ਸਭ ਕੁਝ ਚੱਲਦਾ ਸੀ। ਸੋ ਉਹ ਵੀ ਕਹਿੰਦੇ ਦੀਨ ਹੋ ਗਿਆ, ਕਾਲ ਦੇ ਅੱਗੇ ਉਸ ਨੂੰ ਵੀ ਝੁਕਣਾ ਪਿਆ, ਨਿਮਾਣਾ ਬਣਨਾ ਪਿਆ। ਰਾਵਣ ਵੀ ਡਿੱਗ ਪਿਆ। ਰਸਾਵਲ ਛੰਦ ਜਿਤੇ ਰਾਮ ਹੂਏ, ਸਭੈ ਅੰਤ ਮੂਏ। ਹੁਣ ਮਹਾਰਾਜ ਇੱਥੇ ਕਹਿੰਦੇ ਨੇ ਜਿਤਨੇ ਵੀ ਮਹਾਪੁਰਸ਼ ਹੋਏ ਨੇ, ਬੜੇ ਬੜੇ ਰਾਮਚੰਦਰ ਜੀ ਵਰਗੇ ਅਵਤਾਰ ਹੋਏ ਨੇ, ਕਹਿੰਦੇ ਅੰਤ ਨੂੰ ਦੁਨੀਆ ਤੇ ਕੋਈ ਰਹਿ ਨਹੀਂ ਪਾਇਆ, ਉਸ ਨੂੰ ਦੁਨੀਆ ਤੋਂ ਜਾਣਾ ਪਿਆ। ਸਰੀਰ ਕਰਕੇ ਕੋਈ ਸਤਪੁਰਸ਼ ਕੋਈ ਸਾਖਤ ਨਹੀਂ ਰਹਿ ਸਕਦਾ। ਰਾਮ ਗਇਓ ਰਾਵਣ ਗਇਓ ਜਾਂਕੋ ਬਹੁ ਪਰਿਵਾਰ, ਇੱਥੋਂ ਸਭ ਨੂੰ ਜਾਣਾ ਪੈਂਦਾ ਹੈ। ਮਹਾਰਾਜ ਅੱਗੇ ਕਹਿੰਦੇ ਨੇ ਜਿਤੇ ਕ੍ਰਿਸ਼ਨ ਹੋਏ ਹੈ, ਸਭੈ ਅੰਤ ਜੈ ਹੈ। ਭਗਵਾਨ ਕ੍ਰਿਸ਼ਨ ਜੀ ਵਰਗੇ ਜਿਹੜੇ ਅਵਤਾਰ ਹੋਏ ਨੇ, ਗੁਰੂ ਪਾਤਸ਼ਾਹ ਕਹਿੰਦੇ ਨੇ ਉਹਨਾਂ ਨੂੰ ਵੀ ਆਪਣਾ ਸਮਾਂ ਉਮਰ ਭੋਗ ਕੇ ਜਾਣਾ ਪਿਆ। ਕਾਲ ਦੇ ਅੱਗੇ ਕੋਈ ਟਿਕਦਾ ਨਹੀਂ ਹੈ। ਜਿਤੈ ਦੇਵ ਹੋਸੀ ਸਭੈ ਅੰਤ ਜਾਸੀ। ਕਹਿੰਦੇ ਜਿੰਨੇ ਦੇਵਤੇ ਹੋਏ ਅੰਤ ਨੂੰ ਜਾਂਦੇ ਨੇ ਜਾਂ ਹੋਣਗੇ, ਅੰਤ ਨੂੰ ਉਹਨਾਂ ਨੂੰ ਜਾਣਾ ਪਵੇਗਾ। ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉਂ ਸੰਸਾਰ। ਕਹਿੰਦੇ ਇੱਥੇ ਕੋਈ ਰਹਿਣ ਵਾਲਾ ਨਹੀਂ ਹੈ। ਰਹਿਣ ਨਾ ਪਾਵਹਿ ਸੁਰ ਨਰ ਦੇਵਾ, ਊਠ ਸਿਧਾਰੇ ਕਰ ਮੁਨ ਜਨ ਸੇਵਾ। ਮਹਾਰਾਜ ਕਹਿੰਦੇ ਸਭ ਇੱਥੋਂ ਜਾਂਦੇ ਨੇ। ਜਿਤੇ ਬੋਧ ਹੋਏ ਹੈ, ਸਭੈ ਅੰਤ ਸ਼ੈ ਹੈ। ਮਹਾਤਮਾ ਬੁੱਧ ਵਰਗੇ, ਗੌਤਮ ਰਿਸ਼ੀ, ਗੌਤਮ ਅਵਤਾਰ, ਕਹਿੰਦੇ ਉਹ ਜਿਹੜੇ ਐਸੇ ਵੀ ਸਤਪੁਰਸ਼ ਹੋਏ ਨੇ ਨਾ, ਮੌਨ ਧਾਰੀ, ਸਭੈ ਅੰਤ ਸ਼ੈ ਹੈ। ਸ਼ੈ ਕਹਿੰਦੇ ਨੇ ਖਾਤਮਾ ਹੋ ਜਾਣਾ। ਇਹਨਾਂ ਨੂੰ ਵੀ ਪਾਤਸ਼ਾਹ ਕਹਿੰਦੇ ਦੁਨੀਆ ਤੋਂ ਜਾਣਾ ਪਿਆ ਹੈ। ਜਿਤੈ ਦੇਵ ਰਾਯੰ, ਸਭੈ ਅੰਤ ਜਾਯੰ। ਰਾਏ ਦਾ ਮਤਲਬ ਹੈ ਰਾਜਾ। ਜਿੰਨੇ ਵੀ ਰਾਜੇ ਨੇ, ਰਾਜ ਭਾਗ, ਕੁਰਸੀਆਂ, ਤਖਤ ਭੋਗ ਰਹੇ ਨੇ, ਜਿੰਨੀ ਵੀ ਤਾਕਤ ਹੈ ਉਹਨਾਂ ਦੀ ਡਾਂਗ ਵਿੱਚ, ਕਾਲ ਦੇ ਅੱਗੇ ਇਹ ਤਾਕਤ ਨਹੀਂ ਚੱਲਦੀ। ਮਹਾਰਾਜ ਕਹਿੰਦੇ ਜਾਣਾ ਪੈਂਦਾ ਹੈ। ਜਿਤੈ ਦੈਤ ਏਸੰ, ਤਿਤਿਓ ਕਾਲ ਲੇਸੰ। ਦੈਤ ਦਿੱਤੀ ਤੇ ਕਸ਼ਪ ਦੀ ਔਲਾਦ, ਜਿਹਨੂੰ ਦੈਂਤ ਕਹਿੰਦੇ ਆ। ਏਸੰ ਈਸ਼ ਸੁਆਮੀ, ਦੈਂਤਾਂ ਦੇ ਈਸ਼ਵਰ, ਬੜੇ ਬੜੇ ਸ਼ੈਤਾਨ, ਬੜੇ ਬੜੇ ਜਿਹੜੇ ਦੈਂਤ ਹੋਏ ਨੇ। ਮਹਾਰਾਜ ਕਹਿੰਦੇ ਨੇ ਤਿਤਿਓ ਕਾਲ ਲੇਸੰ। ਲੇਸ ਦਾ ਭਾਵ ਹੈ ਲੈ ਜਾਣਾ। ਸ਼ੈਤਾਨ ਨੂੰ, ਦੈਂਤਾਂ ਨੂੰ ਵੀ ਕਾਲ ਨਹੀਂ ਛੱਡਦਾ। ਅੱਗੇ ਕੁਝ ਅਵਤਾਰਾਂ ਦਾ ਹੋਰ ਜ਼ਿਕਰ ਕਰਦੇ ਨੇ। ਇਹਦਾ ਮਤਲਬ ਪਤਾ ਕੀ ਹੈ ਬਚਿੱਤਰ ਨਾਟਕ ਦਾ? ਬਚਿੱਤਰ ਨਾਟਕ ਤੋਂ ਇਹ ਸਮਝ ਪੈਂਦੀ ਹੈ ਵੀ ਜਿੰਨੇ ਵੀ ਅਵਤਾਰ ਮਹਾਂਪੁਰਸ਼ ਨੇ, ਅਦਬ ਸਾਰਿਆਂ ਦਾ ਕਰੋ, ਪਰ ਇੱਕ ਰੇਤਾ ਮਿਟ ਜਾਂਦੀ ਹੈ। ਜੁੜਨਾ ਇੱਕ ਅਕਾਲ ਪੁਰਖ ਨਾਲ ਹੈ, ਜੋ ਸਦੀਵੀ ਹੈ, ਜੋ ਆਪ ਨਹੀਂ ਰਹੇਗਾ। ਉਸ ਕ੍ਰਿਤ ਦੀ ਪੂਜਾ ਵਿੱਚ ਕੀ ਹੈ? ਕਹਿੰਦੇ ਕਰਤੇ ਦੇ ਨਾਲ ਜੁੜੋ, ਅਕਾਲ ਪੁਰਖ ਨਾਲ ਜੁੜੋ। ਅੱਗੇ ਅਵਤਾਰ ਦਾ ਇੱਕ ਦਾ ਜ਼ਿਕਰ ਕਰਦੇ ਨੇ। ਨਰਸਿੰਘ ਅਵਤਾਰੰ ਵਹੇ ਕਾਲ ਮਾਰੰ। ਇੱਕ ਨਰਸਿੰਘ ਅਵਤਾਰ ਹੋਏ ਨੇ ਨਾ, ਜਿਨ੍ਹਾਂ ਹਰਨਾਕਸ਼ ਨੂੰ ਮਾਰਿਆ ਸੀ। ਭਗਤ ਹੇਤ ਨਰਸਿੰਘ ਭੇਵ, ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ ਵੀ ਭਗਤਾਂ ਦੇ ਹੇਤ ਉਹਨੇ ਅਵਤਾਰ ਧਾਰਿਆ। ਵਹੈ ਕਾਲ ਮਾਰੰ। ਪਰ ਕਹਿੰਦੇ ਕਾਲ ਨੇ ਉਸ ਨੂੰ ਵੀ ਮਾਰ ਲਿਆ, ਉਸ ਨੂੰ ਵੀ ਉਮਰ ਭੋਗ ਕੇ ਜਾਣਾ ਪਿਆ। ਅੱਗੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਨੇ ਬੜੋ ਦੰਡ ਧਾਰੀ, ਹਣਿਓ ਕਾਲ ਭਾਰੀ। ਇੱਥੇ ਮਹਾਰਾਜ ਕਹਿੰਦੇ ਨੇ ਬੜਾ ਦੰਡ ਨੂੰ ਧਾਰਨੇ ਵਾਲਾ, ਬਲ ਨੂੰ ਧਾਰਨੇ ਵਾਲਾ। ਕੋਈ ਵੀ ਸੂਰਮਾ ਹੋਇਆ ਹੈ, ਹਣਿਓ ਕਾਲ ਭਾਰੀ, ਪਰ ਕਾਲ ਨਾਲੋਂ ਭਾਰਾ ਨਹੀਂ ਹੈ। ਭਾਰੇ ਤੋਂ ਭਾਰੇ ਸੂਰਮੇ ਕਾਲ ਨੇ ਢਾਏ ਹੋਏ ਨੇ। ਹਣਿਓ ਹੱਤਿਆ ਕੀਤੀ ਹੋਈ ਹੈ ਕਾਲ ਨੇ ਹਰ ਇੱਕ ਦੀ। ਦਿਜੰ ਬਾਵਨੇਯੰ ਹਣਿਓ ਕਾਲ ਤੇਯੰ। ਇਹ ਸਾਰੇ ਅਵਤਾਰ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦੇ ਨੇ। ਬ੍ਰਾਹਮਣ ਦਾ ਅਵਤਾਰ ਕਿਸ ਨੇ ਧਾਰਿਆ? 52 ਕੋਟ ਜਾਂਕੇ ਰੋਮਾਵਲੀ। ਗੁਰੂ ਗ੍ਰੰਥ ਸਾਹਿਬ ਕਹਿੰਦੇ
52 ਅਵਤਾਰ ਵਰਗੇ ਉਹਦੇ ਰੋਮ ਹੀ ਸਮਝ ਲਓ, ਕਰੋੜਾਂ ਨੇ, ਭਾਵ ਸਰੀਰ ਤੇ ਕਰੋੜਾਂ ਰੋਮ ਨੇ ਨਾ, ਅਵਤਾਰ ਉਹਦੇ ਲਈ ਰੋਮ ਹੈ ਬਸ, ਇਹਦੇ ਨਾਲੋਂ ਵੱਧ ਕੇ ਕੁਝ ਨਹੀਂ। ਅਕਾਲ ਪੁਰਖ ਏਡਾ ਵੱਡਾ ਹੈ। ਹਾਂ, ਆਮ ਦੁਨਿਆਵੀ ਲੋਕਾਂ ਨਾਲੋਂ ਤਾਕਤਾਂ ਅਵਤਾਰਾਂ ਕੋਲ ਵੱਧ ਨੇ, ਪਰ ਪਰਮਾਤਮਾ ਨਾਲੋਂ ਕੋਈ ਵੱਡਾ ਨਹੀਂ। ਕਹਿੰਦੇ ਦਿਜੰਗ ਅਵਤਾਰ ਨੂੰ ਵੀ ਕਾਲ ਨੇ ਹੱਥ ਲਿਆ, ਖੁਰਾ ਖੋਜ ਮਿਟਾ ਦਿੱਤਾ। ਮਹਾ ਮਛ ਮੁੰਡੰ ਫੰਦਿਓ ਕਾਲ ਝੁੰਡੰ। ਮਾਰੂ ਮਹੱਲਾ ਪੰਜਵਾਂ। ਮਛ ਕਛ ਕੂਰਮ ਆਗਿਆ ਅਵਤਰਾਸੀ। ਮਛ ਕਛ ਜਿਹੜੇ ਅਵਤਾਰ ਹੋਏ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਜਿਨ੍ਹਾਂ ਦਾ ਜ਼ਿਕਰ ਹੈ, ਬਚਿੱਤਰ ਨਾਟਕ ਦੇ 24 ਅਵਤਾਰਾਂ ਵਿੱਚ ਇਹਨਾਂ ਦਾ ਵਿਸਥਾਰ ਵਿੱਚ ਜ਼ਿਕਰ ਹੈ। ਕਦੇ ਸਮਾਂ ਲੱਗੇ ਤੇ ਪੜ੍ਹ ਕੇ ਦੇਖਣਾ। ਪਰ ਸਿੱਟਾ ਇੱਕੋ ਹੀ ਹੈ, ਉਹਨਾਂ ਦੇ ਜੀਵਨ 'ਚੋਂ ਜੰਗਜੂ ਕਿਰਿਆ, ਵਿਕਾਰਾਂ ਨਾਲ ਟਕਰਾਉਣਾ, ਜੰਗ ਯੁੱਧ ਦੀ ਸਿੱਖਿਆ ਲੈ ਲਵੋ ਤੇ ਜੁੜਨਾ ਅਕਾਲ ਪੁਰਖ ਨਾਲ ਹੈ। ਮਹਾਰਾਜ ਕਹਿੰਦੇ ਗੁਰੂ ਗੋਬਿੰਦ ਸਿੰਘ ਇੱਦਾਂ ਹੀ ਕਹਿੰਦੇ, ਇੱਕ ਮਹਾਮਛ ਮੁੰਡੰ, ਵੱਡਾ ਮਛ ਅਵਤਾਰ ਹੋਇਆ ਹੈ। ਮੁੰਡੰਗ ਦਾ ਭਾਵ ਹੈ ਵੱਡੇ ਮੱਥੇ ਵਾਲਾ, ਵੱਡਿਆਂ ਭਾਗਾਂ ਵਾਲਾ, ਜਾਂ ਕਹਿ ਲਓ ਮੁੰਡਨ ਦਾ ਭਾਵ ਚੂਰਨ ਬਣਾ ਦੇਣਾ, ਬੜਿਆਂ ਨੂੰ ਦਲਨ ਮਲਣ ਵਾਲਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਫੰਦਿਓ ਕਾਲ ਝੁੰਡੰ, ਪਰ ਕਾਲ ਦੇ ਜਾਲ ਤੋਂ ਮਛ ਅਵਤਾਰ ਵੀ ਬਚ ਨਹੀਂ ਸਕਿਆ। ਉਸ ਨੂੰ ਵੀ ਦੁਨੀਆ ਤੋਂ ਕਾਲ ਲੈ ਗਿਆ। ਜਿਤੈ ਹੋਏ ਬੀਤੇ ਤੇ ਕਾਲ ਜੀਤੇ। ਜਿੰਨੇ ਵੀ ਪੈਦਾ ਹੋਏ ਨੇ, ਜੋ ਉਪਜਿਓ ਸੋ ਬਿਨਸ ਹੈ। ਗੁਰੂ ਤੇਗ ਬਹਾਦਰ ਸਾਹਿਬ ਵੀ ਕਹਿੰਦੇ ਨੇ, ਪਾਤਸ਼ਾਹ ਕਹਿੰਦੇ ਜਿੰਨੇ ਵੀ ਪੈਦਾ ਹੋਏ ਨੇ ਕਾਲ ਨੇ ਜਿੱਤ ਲਏ, ਬਚਿਆ ਕੌਣ? ਜੇ ਕੋਈ ਚਾਹੁੰਦਾ ਹੈ ਨਾ ਸਵਾਸਾਂ ਦੀ ਪੂੰਜੀ ਵੱਧ ਜਾਵੇ, ਅਗਰ ਕਿਸੇ ਅਵਤਾਰੀ ਮਹਾਂਪੁਰਸ਼ ਨੇ 4 ਦਿਨ ਵੱਢ ਕੱਢੇ ਹੋਣਗੇ, ਤੇ ਕਹਿੰਦੇ ਉਹਦਾ ਇੱਕ ਕਾਰਨ ਹੈ, ਉਹ ਇਹ ਹੈ ਜਿਤੈ ਸਰਨ ਜੈ ਹੈ ਤਿਤਿਓ ਰਾਖ ਲੈ ਹੈ। ਉੱਦਾਂ ਰਹਿੰਦਾ ਕੋਈ ਨਹੀਂ, ਕੋਏ ਨਾ ਰਹਿ ਹੈ ਰਾਜਾ ਰਾਣਾ। ਪਰ ਜਿਹੜਾ ਅਕਾਲ ਪੁਰਖ ਅੱਗੇ ਬੇਨਤੀ ਕਰੇ, ਜਿਹੜਾ ਉਹਦੀ ਸ਼ਰਨ ਲੈ ਲਵੇ, ਉਹਨੂੰ ਉਹ ਰੱਖ ਸਕਦਾ ਹੈ, ਸਵਾਸ ਉਹਦੇ ਬਖਸ਼ ਸਕਦਾ ਹੈ, ਨਹੀਂ ਤੇ ਉਹਦੇ ਅੱਗੇ ਅੜਫਸ ਕਿਸੇ ਦੀ ਨਹੀਂ ਚੱਲਦੀ। ਭੁਜੰਗ ਪ੍ਰਿਆਤ ਛੰਦ, ਇਹ ਵਲ ਖਾਂਦਾ ਛੰਦ ਹੈ। ਪਿਛਲਾ ਰਸਾਵਲ ਛੰਦ ਉਹ ਅਰਧ ਭੁਜੰਗ ਸੀ, ਉਹ 'ਚ ਥੋੜ੍ਹੇ ਵਲ ਨੇ, ਇਹ 'ਚ ਬਹੁਤੇ ਵਲ ਨੇ। ਬਿਨਾ ਸਰਨ ਤਾਕੀ ਨਾ ਔਰੇ ਉਪਾਯੰ। ਕਹਿੰਦੇ ਉਹਦੀ ਸ਼ਰਨ ਤੋਂ ਬਿਨਾ ਕੋਈ ਉਪਾਏ, ਯਤਨ ਕਾਮਯਾਬ ਨਹੀਂ ਹੈ। ਕਹਾਂ ਦੇਵ ਦੈਤੰ ਕਹਾਂ ਰੰਕ ਰਾਇੰਗ। ਤੂੰ ਦੈਂਤ ਹੈ, ਦੇਵਤਾ ਹੈ, ਚੰਗੇ ਕਰਮ ਕਰਦਾ ਹੈ, ਮੰਦੇ ਕਰਦਾ ਹੈ, ਤੂੰ ਗਰੀਬ ਹੈ, ਅਮੀਰ ਹੈ, ਕਾਲ ਖੁਰਾ ਖੋਜ ਮਿਟਾ ਦਿੰਦਾ ਹੈ, ਖਾਤਮਾ ਕਰ ਦਿੰਦਾ ਹੈ। ਕਹਾਂ ਪਾਤ ਸਾਹੰ ਕਹਾਂ ਉਮਰਾਯੰ। ਬਿਨਾ ਸਰਨ ਤਾਕੀ ਨਾ ਕੋਟੈ ਉਪਾਯੰ। ਪਾਤ ਕਹਿੰਦੇ ਨੇ ਤਖਤ ਨੂੰ, ਬੈਠਣ ਵਾਲਾ ਉੱਤੇ ਸ਼ਾਹ, ਰਾਜਾ, ਵੱਡਾ ਰਾਜਾ। ਉਮਰਾਯੰ, ਉਮਰਾਵ ਕਹਿੰਦੇ ਨੇ ਅਮੀਰ ਨੂੰ, ਚੌਧਰੀ ਨੂੰ, ਜਿਹਦੇ ਕੋਲ ਦੌਲਤ ਬੜੀ ਹੈ। ਕਹਿੰਦੇ ਚਾਹੇ ਤੂੰ ਪਾਤਸ਼ਾਹ ਹੈ, ਚਾਹੇ ਉਮਰਾਮ ਹੈ, ਬਿਨਾ ਸਰਨ ਤਾਂ ਕੀ ਨਾ ਕੋਟੈ ਉਪਾਯੰ। ਕਰੋੜਾਂ ਯਤਨ ਕਰ ਲੈ, ਪਰਮਾਤਮਾ ਦੀ ਸ਼ਰਨ ਲੈ ਲਵੇਂ ਤੇ ਬਚਾਏ, ਨਹੀਂ ਤੇ ਕੋਈ ਬਚਾ ਨਹੀਂ ਸਕੇਗਾ ਤੈਨੂੰ। ਜਿਤੈ ਜੀਵ ਜੰਤੰ ਸੋ ਦੁਨੀਯੰ ਉਪਾਯੰ। ਸਭੈ ਅੰਤ ਕਾਲੰ ਬਲੀ ਕਾਲ ਘਾਯੰ। ਜਿੰਨੇ ਵੀ ਜੀਵ ਜੰਤੂ ਅੰਡਜ ਜੇਰ ਸੇਦਜ ਉਦਪੁਰ ਚੋਂ ਪੈਦਾ ਹੋਏ ਨੇ, ਦੁਨੀਆ ਦੇ ਵਿੱਚ ਉਸ ਪਰਮਾਤਮਾ ਨੇ ਉਪਾਯੰ ਪੈਦਾ ਕੀਤੇ ਨੇ। ਸਭੈ ਅੰਤ ਕਾਲੰ ਬਲੀ ਕਾਲ ਘਾਯੰ। ਅੰਤ ਨੂੰ ਬਲੀ ਕਾਲ ਨੇ ਆਪਣੇ ਪੈਦਾ ਕੀਤੇ ਹੋਏ ਸਾਰੇ ਜੀਵ ਲੈ ਕਰ ਲੈਣੇ ਨੇ, ਖਾਤਮਾ ਕਰ ਦੇਣਾ ਹੈ। ਬਿਨਾ ਸਰਨ ਤਾਕੀ ਨਹੀਂ ਔਰ ਓਟੰ। ਲਿਖੰ ਜੰਤਰ ਕੇਤੇ ਪੜੇ ਮੰਤਰ ਕੋਟੰ। ਪਰਮਾਤਮਾ ਦੀ ਸ਼ਰਨ ਤੋਂ ਬਿਨਾ ਤੂੰ ਲੱਖ ਜੰਤਰ ਵਰਤ ਲੈ। ਉਹ ਤੰਤਰ ਸ਼ਾਸਤਰ ਅਨੁਸਾਰ ਲਕੀਰ ਜੀ ਮਾਰ ਲੈਂਦੇ ਨੇ, ਕਈ ਕੋਨੇ ਉਹਦੇ ਬਣਾ ਲੈਂਦੇ ਨੇ ਵੀ ਇੱਥੇ ਦੁੱਖ ਨਹੀਂ ਪਹੁੰਚ ਸਕੇਗਾ। ਕਹਿੰਦੇ ਕੋਈ ਜੰਤਰ ਕੰਮ ਨਹੀਂ ਆਉਣਾ।
ਖਾਸ ਸਿੱਧੀਆਂ ਪ੍ਰਾਪਤ ਕਰਨ ਲਈ ਮੰਤਰ ਪੜ੍ਹ ਲਈ ਕਿਸੇ ਖਾਸ ਦੇਵਤੇ ਦਾ, ਉਹ ਵੀ ਤੈਨੂੰ ਮੌਤ ਤੋਂ ਰੱਖ ਨਹੀਂ ਸਕੇਗਾ। ਇੱਕੋ ਹੀ ਤਰੀਕਾ ਹੈ, ਤਿਸ ਸਰਣਾਈ ਛੁੱਟੀਐ ਕੀਤਾ ਲੋੜੇ ਸੋ ਹੋਏ। ਜਿਹਦੇ ਪੈਦਾ ਕੀਤੇ ਹਾਂ ਪਰਮਾਤਮਾ ਦੇ, ਉਹਦੀ ਸ਼ਰਨ ਵਿੱਚ ਹੀ ਬਚਿਆ ਜਾ ਸਕਦਾ ਹੈ। ਨਿਰਾਜ ਛੰਦ ਜਿਤੇਕ ਰਾਜ ਰੰਕਿਅੰ ਹਨੇ ਸੁਕਾਲ ਬੰਕਿਅੰ। ਰਾਏ ਤੇ ਰੰਕ, ਅਮੀਰ ਤੇ ਗਰੀਬ ਜਿੰਨੇ ਵੀ ਨੇ, ਹਨੇ ਸੁਕਾਲ ਬੰਕਿਅੰ, ਬੰਕਾ ਬਲਵਾਨ, ਇਹਨਾਂ ਸਭ ਚੋਂ ਤਾਕਤਵਰ ਕਾਲ ਹੈ। ਉਹਨੇ ਹੱਥ ਲਏ, ਹਣ ਲਏ, ਖਾਤਮਾ ਕਰ ਦਿੱਤਾ। ਜਿਤੇਕ ਲੋਕ ਪਾਲਿਅੰ ਨਿਧਾਨ ਕਾਲ ਦਾਲਿਅੰ। ਲੋਕ ਪਾਲ, ਲੋਕਾਂ ਨੂੰ ਕੌਣ ਪਾਲਦੇ ਨੇ? ਬਾਦਸ਼ਾਹ। ਕਹਿੰਦੇ ਜਿੰਨੇ ਵੀ ਬਾਦਸ਼ਾਹ ਨੇ, ਨਿਧਾਨ ਅੰਤ ਨੂੰ ਕਹਿੰਦੇ ਨੇ, ਕਾਲ ਦਾਲਿਅੰ ਨਾਸ਼ ਕਰਨ ਨੂੰ ਕਹਿੰਦੇ ਨੇ। ਨਿਧਾਨ ਅੰਤ ਨੂੰ ਕਾਲ ਨੇ ਮਿੱਟੀ ਵਿੱਚ ਮਿਲਾ ਦਿੱਤੇ, ਨਾਸ਼ ਕਰ ਦਿੱਤਾ। ਕਿੱਡਾ ਵੀ ਉੱਚਾ ਤਖਤ ਹੈ, ਉਹਨੂੰ ਮਿੱਟੀ ਵਿੱਚ ਕਾਲ ਮਿਲਾ ਦਿੰਦਾ ਹੈ। ਕਿਰਪਾਨ ਪਾਣ ਜੇ ਜਪੈ ਅਨੰਤ ਥਾਟ ਤੇ ਥਪੈ। ਹੁਣ ਮਹਾਰਾਜ ਕਹਿੰਦੇ ਨੇ ਕਿਰਪਾਨ ਨੂੰ ਪਾਣ ਵਾਲਾ, ਧਾਰਨ ਕਰਨ ਵਾਲਾ, ਜਿਹੜਾ ਅਕਾਲ ਪੁਰਖ ਹੈ ਨਾ, ਗੁਰੂ ਪਾਤਸ਼ਾਹ ਕਹਿੰਦੇ ਨੇ ਯਾਦ ਰੱਖੀ, ਉਸ ਨੂੰ ਜਪੇਗਾ ਜਿਹੜਾ ਹੁਕਮ ਰੂਪੀ ਕਿਰਪਾਨ ਨੂੰ ਧਾਰਨੇ ਵਾਲਾ ਹੈ, ਜਿਹਦੇ ਹੁਕਮ ਵਿੱਚ ਜੰਮਣਾ ਤੇ ਲਹਿਤਾ ਹੈ ਖਾਤਮਾ ਹੈ। ਅਨੰਤ ਥਾਟ ਤੇ ਥਪੈ, ਉਹ ਤੇਰੇ ਬਚਾਅ ਦਾ, ਤੇਰੇ ਦੁੱਖਾਂ ਨੂੰ ਦੂਰ ਕਰਨ ਦਾ ਕਹਿੰਦੇ ਕੋਈ ਨਾ ਕੋਈ ਥਾਟ, ਕੋਈ ਨਾ ਕੋਈ ਕਾਰਨ ਪੈਦਾ ਕਰ ਲਵੇਗਾ। ਤੇਰੀ ਉਹ ਰੱਖਿਆ ਦਾ ਕੋਈ ਨਾ ਕੋਈ ਪ੍ਰਬੰਧ ਕਰ ਲਵੇਗਾ, ਤੇਰੇ ਅੰਦਰੋਂ ਮੌਤ ਦਾ ਭੈ ਦੂਰ ਕਰ ਦੇਵੇਗਾ। ਜਿਤੇਕ ਕਾਲ ਧਿਆਏ ਹੈ ਜਗਤ ਜੀਤ ਜਾਏ ਹੈ। ਜਿਨ੍ਹਾਂ ਨੇ ਉਹਦੀ ਸ਼ਰਨ ਲਈ ਹੈ। ਮਹਾਰਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਉਸ ਨੂੰ ਧਿਆਇਆ ਹੈ, ਉਹ ਜਗਤ ਜਿੱਤ ਕੇ ਚਲੇ ਗਏ। ਭਾਵ ਕੀ ਹੈ? ਜ਼ਿੰਦਗੀ ਹੀਰਿਆਂ ਵਰਗੀ ਦਾ ਮੁੱਲ ਵੱਟ ਲਿਆ ਉਹਨਾਂ, ਅਜਾਈਂ ਨਹੀਂ ਗਵਾਇਆ ਜੀਵਨ। ਹਰ ਭਜ ਜਨਮ ਪਦਾਰਥ ਜੀਤ, ਬਾਣੀ ਕਹਿੰਦੀ ਹੈ ਨਾ, ਜੇ ਜਿੱਤਣਾ ਹੈ ਜ਼ਿੰਦਗੀ ਨੂੰ, ਜੇ ਜੀਵਨ ਸਫਲਾ ਕਰਨਾ ਹੈ ਤੇ ਪਰਮਾਤਮਾ ਦੇ ਗੁਣ ਗਾਓ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੀ ਇਹੀ ਕਹਿੰਦੇ ਨੇ। ਅੱਗੇ ਮਹਾਰਾਜ ਕਹਿੰਦੇ ਬਚਿੱਤਰ ਚਾਰ ਚਿਤ੍ਰਯੰ ਪਰਮਯੰ ਪਵਿੱਤਰਯੰ। ਗੁਰੂ ਪਾਤਸ਼ਾਹ ਆਖਣ ਲੱਗੇ, ਬਚਿੱਤਰ ਕਹਿੰਦੇ ਨੇ ਜੋ ਅਦਭੁਤ ਹੈ, ਅਚਰਜ ਹੈ, ਹੈਰਾਨ ਕਰਨ ਵਾਲਾ। ਚਾਰ ਕਹਿੰਦੇ ਨੇ ਬੜਾ ਸੁੰਦਰ ਹੈ, ਚਿੱਤਰੰ, ਜਿਹਦਾ ਚਿੱਤਰ, ਜਿਹਦੀ ਤਸਵੀਰ, ਉਹ ਬੜਾ ਸੁੰਦਰ ਹੈ ਪਰਮਾਤਮਾ। ਮਹਾਰਾਜ ਕਹਿੰਦੇ ਪਰਮੰ ਪਵਿੱਤਰੰ, ਉਹ ਪਰਮ ਸਾਰਿਆਂ ਤੋਂ ਉੱਚਾ ਹੈ, ਸਾਰਿਆਂ ਦਾ ਮੁੱਢ ਹੈ, ਤੇ ਪਵਿੱਤਰ ਪਾਕ ਬੜਾ ਹੈ, ਵਿਕਾਰਾਂ ਦੀ ਮੈਲ ਤੋਂ ਰਹਿਤ ਹੈ। ਅਲੋਕ ਰੂਪ ਰਾਜਿਅੰ ਸੁਣੇ ਸੋ ਪਾਪ ਭਾਜਿਅੰ। ਅਲੌਕਿਕ ਪ੍ਰਕਾਸ਼ ਹੈ ਜਿਹਦਾ, ਜੋ ਬਿਆਨ ਨਹੀਂ ਕੀਤਾ ਜਾ ਸਕਦਾ। ਰਾਜਿਅੰ, ਉਹ ਸੋਭ ਰਿਹਾ ਹੈ, ਅਲੌਕਿਕ ਪ੍ਰਕਾਸ਼ ਵਾਲਾ। ਕਹਿੰਦੇ ਸੁਣੇ ਸੋ ਪਾਪ ਭਾਜਿਅੰ, ਜੇ ਉਹਦੇ ਨਾਮ ਨੂੰ ਵੀ ਸੁਣ ਲਈਏ ਤੇ ਪਾਪ ਭੱਜ ਜਾਂਦੇ ਨੇ। ਸੁਣਿਆ ਦੁਖ ਪਾਪ ਕਾ ਨਾਸ, ਤੁਸੀਂ ਜਪਜੀ ਸਾਹਿਬ ਵਿੱਚ ਰੋਜ਼ ਪੜ੍ਹਦੇ ਹੋ। ਲਿਸਨਿੰਗ ਪੇਨ ਐਂਡ ਸਿਨਸ ਆਰ ਇਰੇਸਡ, ਤੇਰੇ ਪਾਪ ਮਿਟ ਜਾਣਗੇ ਜੇ ਉਹਦੇ ਨਾਮ ਨੂੰ, ਕਾਲ ਪੁਰਖ ਦੇ ਨੂੰ ਸੁਣ ਲਵੇਂਗਾ। ਸੋ ਮਹਾਰਾਜ ਅੱਗੇ ਕਹਿੰਦੇ ਨੇ ਵਿਸਾਲ ਲਾਲ ਲੋਚਨੰ ਬੇਅੰਤ ਪਾਪ ਮੋਚਨੰ। ਕਹਿੰਦੇ ਜਦੋਂ ਉਹ ਵੀਰ ਰਸ ਵਿੱਚ ਆਉਂਦਾ ਹੈ ਨਾ, ਜਦੋਂ ਸੰਤਾਂ ਤੇ ਦਇਆ ਕਰਦਾ ਹੈ ਤੇ ਦੋਖੀਆਂ ਤੇ ਉਸ ਨੂੰ ਕ੍ਰੋਧ ਆ ਜਾਵੇ ਉਹਨਾਂ ਦੇ ਕਰਮ ਵੇਖ ਕੇ, ਮਹਾਰਾਜ ਕਹਿੰਦੇ ਨੇਤਰ ਲਾਲ ਹੋ ਜਾਂਦੇ ਨੇ ਉਸਦੇ। ਬੇਅੰਤ ਪਾਪ ਮੋਚਨੰ, ਉਹ ਫਿਰ ਪਾਪ ਕਮਾਉਣ ਵਾਲਿਆਂ ਦੇ ਰੂਹ ਨੂੰ ਖਿੱਚ ਲੈਂਦਾ ਹੈ, ਸਰੀਰ ਨੂੰ ਰੂਹ ਤੋਂ ਨਿਜਾਤ ਦਿਵਾ ਦਿੰਦਾ ਹੈ। ਮੋਚਨੰ ਤੋਂ ਭਾਵ ਛਡਾ ਲੈਣਾ, ਜਾਂ ਇਉਂ ਕਹਿ ਲਓ
ਉਹ ਪਰਮਾਤਮਾ ਬੇਅੰਤ ਪਾਪ ਮੋਚਨੰ, ਦੋਸ਼ੀਆਂ ਕੁਕਰਮੀਆਂ ਦੇ ਪਾਪ ਖੋ ਕੇ ਉਹਨਾਂ ਨੂੰ ਪਵਿੱਤਰ ਕਰਨ ਵਾਲਾ ਹੈ। ਚਮਕ ਚੰਦਰ ਚਾਰਿਅੰ ਅਗੀ ਅਨੇਕ ਤਾਰਿਅੰ, ਚਾਰਿਅੰ ਸੁੰਦਰ, ਚੰਦਰਮੇ ਦੀ ਚਮਕ ਹੈ ਨਾ ਬੜੀ ਕੋਮਲ ਹੈ, ਸੂਰਜ ਦੀ ਹਰੇ ਚਮਕ ਤੇ ਤਪਾਉਂਦੀ ਹੈ, ਚੰਦ ਦੀ ਚਮਕ ਬੜੀ ਕੋਮਲ ਹੈ। ਅਗੀ ਅਨੇਕ ਤਾਰਿਅੰ, ਚੰਦਰਮੇ ਦੀ ਚਮਕ ਅੰਧਕਾਰ 'ਚ ਪ੍ਰਕਾਸ਼ ਕਰ ਸਕਦੀ ਹੈ ਪਰ ਮਨ ਤੱਕ ਉਹਦੀ ਪਹੁੰਚ ਨਹੀਂ। ਅਕਾਲ ਪੁਰਖ ਦੇ ਨਾਮ ਦੀ ਜਿਹੜੀ ਚਮਕ ਹੈ ਨਾ, ਅਗੀ ਅਨੇਕ ਤਾਰਿਅੰ, ਦੁਰਾਚਾਰੀਆਂ ਦੇ ਅੰਦਰੋਂ ਅਗਿਆਨ ਦਾ ਖੁਰਾ ਖੋਜ ਮਿਟਾ ਕੇ ਗਿਆਨ ਬਖਸ਼ ਕੇ ਉਹ ਤਾਰ ਲੈਂਦਾ ਹੈ, ਉਧਾਰ ਕਰ ਦਿੰਦਾ ਹੈ। ਉਹਦੀ ਚਮਕ ਦੀ ਪਹੁੰਚ ਮਨ ਤਾਈਂ ਹੈ। ਰਸਾਵਲ ਛੰਦ ਜਿਤੈ ਲੋਕ ਪਾਲੰ ਤਿਤੈ ਜੇਰ ਕਾਲੰ, ਲੋਕਾਂ ਨੂੰ ਪਾਲਣ ਵਾਲੇ ਜਿੰਨੇ ਵੀ ਰਾਜੇ ਨੇ, ਤਿਤੈ ਜੇਰ ਕਾਲੰ। ਜੇਰ ਫਾਰਸੀ ਦਾ ਪਰਸ਼ੀਅਨ ਦਾ ਲਫ਼ਜ਼ ਹੈ, ਮਤਲਬ ਹੈ ਪਰਾਜਿਤ ਕਰਨਾ, ਹਰਾ ਦੇਣਾ। ਮਹਾਰਾਜ ਕਹਿੰਦੇ ਨੇ ਜਿੰਨੇ ਵੀ ਰਾਜੇ ਨੇ ਉਹਨਾਂ ਦੇ ਪਰਜਾ ਅਧੀਨ ਹੈ ਤੇ ਸਾਰੇ ਰਾਜੇ ਕਾਲ ਦੇ ਅਧੀਨ ਨੇ, ਮੌਤ ਦੇ ਪਰਾਜਿਤ ਕੀਤੇ ਹੋਏ ਨੇ। ਜਿਤੈ ਸੂਰ ਚੰਦਰੰ ਕਹਾ ਇੰਦਰੰ ਬਿੰਦਰੰ, ਚਾਹੇ ਸੂਰਜ ਹੈ, ਚਾਹੇ ਚੰਦ ਹੈ, ਚਾਹੇ ਦੇਵਤਿਆਂ 'ਚੋਂ ਮਹਾਨ ਦੇਵ ਇੰਦਰ ਦੇਵਤਾ ਨੇ। ਬ੍ਰਿੰਦਰੰ, ਇੱਕ ਇੰਦਰ ਨਹੀਂ, ਬ੍ਰਿੰਦ ਤੋਂ ਭਾਵ ਹੈ ਸਮੂਹ, ਝੁੰਡ, ਕਰੋੜਾਂ ਚਾਹੇ ਦੇਵਤੇ ਨੇ। ਮਹਾਰਾਜ ਪਾਤਸ਼ਾਹ ਕਹਿੰਦੇ ਇਹ ਸਾਰੇ ਦੇ ਸਾਰੇ ਕਾਲ ਨੇ ਜਿੱਤੇ ਹੋਏ ਨੇ। ਮੌਤ ਨੇ ਸਭ ਦਾ ਖੁਰਾ ਖੋਜ ਮਹਾਰਾਜ ਕਹਿੰਦੇ ਨੇ ਮਿਟਾਇਆ ਹੋਇਆ ਹੈ। ਸੋ ਦੀਨ ਦੁਨੀਆ ਦੇ ਮਾਲਕ ਇਹੀ ਸਮਝਾਉਂਦੇ ਨੇ, ਤਰਣ ਤਾਰਨ ਹਰ ਨਿੱਧ ਦੁੱਖ ਨਾ ਸਕੈ ਵਿਆਪ। ਦੁੱਖਾਂ ਤੋਂ ਨਿਜਾਤ ਚਾਹੁੰਦੇ ਹੋ ਤੇ ਅਕਾਲ ਪੁਰਖ ਦੇ ਚਰਨੀ ਲੱਗੋ, ਹੋਰ ਕੋਈ ਚਾਰਾ ਨਹੀਂ ਹੈ। ਕ੍ਰਿਤ ਮਿਟ ਜਾਂਦੀ ਹੈ, ਕਰਤਾ ਰਹਿਣ ਵਾਲਾ ਹੈ। ਪੁਛੰਗ ਪ੍ਰਿਆਤ ਛੰਦ ਫਿਰੈ ਚੌਦਹੂ ਲੋਕਿਅੰ ਕਾਲ ਚੱਕਰੰ। ਮਹਾਰਾਜ ਕਹਿੰਦੇ 14 ਲੋਕਾਂ ਵਿੱਚ ਕਾਲ ਦਾ ਚੱਕਰ ਕਹਿੰਦੇ ਨੇ, ਕਾਲ ਦੀ ਹਕੂਮਤ, ਉਹਦਾ ਡੰਡਾ ਕਾਇਮ ਹੈ। ਮੌਤ ਹਕੂਮਤ ਕਰਦੀ ਹੈ, ਕਾਲ ਹਕੂਮਤ ਕਰਦਾ ਹੈ ਸਾਰਿਆਂ ਦੇ ਉੱਤੇ। ਪਾਤਸ਼ਾਹ ਕਹਿੰਦੇ ਸਭੈ ਨਾਥ ਨਾਥੇ ਭ੍ਰਮੰ ਪਹੋ ਬਕਰੰ। ਨਾਥ ਹੁੰਦਾ ਜੇ ਸਵਾਮੀ, ਤੇ ਸਵਾਮੀ ਨੇ ਜਿਵੇਂ ਸਾਰਿਆਂ ਦੇ ਨੱਥ ਪਾਈ ਹੁੰਦੀ ਹੈ ਨਾ, ਵੀ ਸਾਰਿਆਂ ਨੂੰ ਹੁਕਮ 'ਚ ਚਲਾਉਂਦਾ ਹੈ। ਕਹਿੰਦੇ ਦੁਨੀਆ ਦੇ ਜਿੰਨੇ ਵੀ ਸਵਾਮੀ ਨੇ, ਜਿਨ੍ਹਾਂ ਨੇ ਦੁਨੀਆ ਨੱਥੀ ਹੋਈ ਹੈ, ਬੜੇ ਬੜੇ ਲੀਡਰ ਰਾਜੇ ਜਿਨ੍ਹਾਂ ਨੇ ਨੱਥ ਪਾਈ ਹੈ, ਲੋਕਾਂ ਨੂੰ ਭੈ ਵਿੱਚ ਰੱਖਦੇ ਨੇ, ਇਹਨਾਂ ਵੱਡੇ ਵੱਡੇ ਨਾਥਾਂ ਦੇ ਨੱਕ ਵਿੱਚ ਨਕੇਲ ਪਾ ਦਿੰਦਾ ਹੈ ਕਾਲ ਜਿਹੜਾ ਹੈ। ਏਡਾ ਵੱਡਾ ਹੈ ਉਹ, ਇੰਨੀ ਤਾਕਤ ਦਾ ਉਹ ਮਾਲਕ ਹੈ। ਭ੍ਰਮੰ ਪਹੋ ਬਕਰੰ, ਉਹਦੀ ਪਾਈ ਹੋਈ ਨਕੇਲ ਤੋਂ, ਭ੍ਰਮੰਗ ਦਾ ਭਾਵ ਹੈ ਘੁੰਮ ਨਹੀਂ ਸਕਦੇ, ਬਕਰੰ ਟੇਢੇ ਮੇਢੇ ਨਹੀਂ ਹੋ ਸਕਦੇ, ਉਹਦੇ ਹੁਕਮ ਤੋਂ ਬਾਹਰ ਨਹੀਂ ਜਾ ਸਕਦੇ, ਭੌ ਨਹੀਂ ਸਕਦੇ, ਵਾਰਾ ਨਹੀਂ ਚੱਲ ਸਕਦੇ, ਉਹਦੇ ਹੁਕਮ ਤੋਂ ਬਿਨਾਂ ਪਤਾ ਨਹੀਂ ਹਿਲਦਾ। ਕਹਾਂ ਰਾਮ ਕ੍ਰਿਸ਼ਨੰ ਕਹਾਂ ਚੰਦ ਸੂਰੰ। ਕਹਿੰਦੇ ਚਾਹੇ ਚੰਦ ਸੂਰਜ ਨੇ, ਚਾਹੇ ਸ਼੍ਰੀ ਕ੍ਰਿਸ਼ਨ ਜੀ, ਰਾਮਚੰਦਰ ਜੀ, ਜਾਂ ਜਿਤਨੇ ਵੀ, ਚਾਹੇ ਮਹਾਦੀਨ ਹੈ, ਚਾਹੇ ਬੁੱਧ ਨੇ, ਜਿੰਨੇ ਵੀ ਮਹਾਂਪੁਰਸ਼ ਗੁਰੂ ਪੀਰ ਪੈਗੰਬਰ ਨੇ, ਅਕਾਲ ਪੁਰਖ ਅੱਗੇ ਤੇ ਹੱਥ ਜੋੜ ਕੇ ਖਲੋਂਦੇ ਨੇ। ਬਾਣੀ ਕਹਿੰਦੀ ਹੈ ਨਾ, ਕੋਟ ਸੂਰ ਜਾਂ ਕੈ ਪ੍ਰਗਾਸ, ਕੋਟ ਮਹਾਦੇਵ ਅਰ ਬਿਲਾਸ, ਦੁਰਗਾ ਕੋਟ ਜਾਂ ਕੈ ਮਰਦਨ ਕਰੈ, ਬ੍ਰਹਮਾ ਕੋਟ ਵੇਦ ਉਚਰੈ। ਉਹਦੇ ਚਰਨਾਂ 'ਚ ਦੇਵੀਆਂ ਦੇਵਤੇ ਉਹਦੀ ਜੈ ਜੈਕਾਰ ਕਰਦੇ ਨੇ। ਕਿਵੇਂ ਖਲੋਤੇ ਨੇ ਉਹਦੇ ਦਰ ਤੇ? ਕਲਗੀਧਰ ਪਾਤਸ਼ਾਹ ਕਹਿੰਦੇ ਨੇ ਸਭੈ ਹੱਥ ਬਾਂਦੇ ਖਰੇ ਕਾਲ ਹਜੂਰੰ। ਉਹਦੇ ਹਜ਼ੂਰ ਮੌਤ ਦੇ ਹੱਥ ਜੋੜ ਕੇ ਸਾਰੇ ਖਲੋਂਦੇ ਨੇ, ਅਕਾਲ ਪੁਰਖ ਦੇ ਅੱਗੇ ਹੱਥ ਜੋੜ ਕੇ ਖਲੋਂਦੇ ਨੇ। ਸੋ ਅੱਗੇ ਦੀਨ ਦੁਨੀਆ ਦੇ ਮਾਲਕ ਕਹਿੰਦੇ ਨੇ ਸਵਈਆ ਕਾਲ ਹੀ ਪਾਏ ਭਇਓ ਭਗਵਾਨ, ਸੋ ਜਾਗਤ ਜਾਂ ਜਗ ਜਾਂ ਕੀ ਕਲਾ ਹੈ।
ਹੁਣ ਜਿਨ੍ਹਾਂ ਨੂੰ ਅਸੀਂ ਸਮਝ ਲਿਆ ਨਾ ਵੀ ਸ਼ਾਇਦ ਇਹ ਪਰਮੇਸ਼ਵਰ ਨੇ, ਹਾਂ ਪਰਮੇਸ਼ਰ ਦੇ ਭੇਜੇ ਮਹਾਂਪੁਰਸ਼ ਜ਼ਰੂਰ ਨੇ, ਸਾਡੇ ਤੋਂ ਮਹਾਨ ਨੇ, ਅਵਤਾਰੀ ਪੁਰਸ਼ ਨੇ, ਪਰ ਹੁਣ ਕਹਿਣ ਲੱਗੇ ਨੇ ਤੁਹਾਨੂੰ ਦੱਸਦਾ ਮੈਂ, ਕਿਉਂਕਿ ਲੋਕਾਂ ਕੀ ਸਮਝਿਆ ਸ਼ਾਇਦ ਬ੍ਰਹਮਾ ਜੀ ਨੇ ਉਤਪਤੀ ਕੀਤੀ ਹੈ, ਸ਼ਾਇਦ ਵਿਸ਼ਨੂੰ ਜੀ ਪਾਲਣਾ ਕਰਦੇ ਨੇ, ਸ਼ਿਵ ਜੀ ਮਹਾਰਾਜ ਲਹਿਤਾ ਕਰਦੇ ਨੇ, ਜੋ ਵੀ ਹੈ ਉਹਦੇ ਹੁਕਮ ਤੋਂ ਬਾਹਰ ਨਹੀਂ ਹੈ। ਏਕਾ ਮਾਈ ਜੁਗਤ ਵਿਆਹੀ, ਤਿੰਨ ਚੇਲੇ ਪ੍ਰਵਾਨ, ਸਾਰੇ ਉਹਦੇ ਹੀ ਚੇਲੇ ਨੇ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੈ ਚਲਾਵੈ, ਬਹੁਤਾ ਇਹੋ ਵਿਡਾਣ। ਕਹਿੰਦੇ ਉਹ ਹੁਕਮ 'ਚ ਚਲਾਉਂਦਾ ਹੈ। ਕਹਿੰਦੇ ਜਿਨ੍ਹਾਂ ਨੂੰ ਤੁਸੀਂ ਸੋਚਦੇ ਹੋ ਵੀ ਦੁਨੀਆ ਚਲਾਉਂਦੇ ਨੇ, ਪੈਦਾ ਕਰਦੇ ਨੇ, ਬਚਿੱਤਰ ਨਾਟਕ ਰਾਹੀਂ ਕਲਗੀਧਰ ਕਹਿੰਦੇ ਨਹੀਂ, ਅਕਾਲ ਪੁਰਖ ਇਹਨਾਂ ਨੂੰ ਪੈਦਾ ਕਰਕੇ ਚਲਾਉਂਦਾ ਹੈ। ਕਾਲ ਹੀ ਪਾਏ ਭਇਓ ਭਗਵਾਨ, ਇੱਥੇ ਜਿਹੜਾ ਭਗਵਾਨ ਹੈ ਨਾ, ਇਹ ਲਫ਼ਜ਼ ਵਰਤਿਆ ਵਿਸ਼ਨੂੰ ਲਈ। ਕਹਿੰਦੇ ਕਾਲ ਹੀ ਪਾਏ ਭਇਓ ਭਗਵਾਨ, ਸੋ ਜਾਗਤ ਜਾਂ ਜਗ ਜਾਂ ਕੀ ਕਲਾ ਹੈ। ਜਿਸ ਨੇ ਸਾਰੇ ਜਗਤ ਵਿੱਚ ਆਪਣੀ ਕਲਾ ਕਰਾਮਾਤ ਵਰਤਾਈ ਹੈ ਨਾ, ਅਕਾਲ ਪੁਰਖ ਨੇ, ਉਹਦੀ ਕਲਾ ਚੋਂ ਹੀ ਵਿਸ਼ਨੂੰ ਜੀ ਪੈਦਾ ਹੁੰਦੇ ਨੇ। ਅੱਗੇ ਮਹਾਰਾਜ ਕਹਿੰਦੇ ਨੇ ਕਾਲ ਹੀ ਪਾਏ ਭਇਓ ਬ੍ਰਹਮਾ ਸਿਵ, ਕਾਲ ਹੀ ਪਾਏ ਭਇਓ ਜੁਗੀਆ ਹੈ। ਕਾਲ ਦੀ ਤਾਕਤ ਚੋਂ ਹੀ, ਅਕਾਲ ਪੁਰਖ ਦੇ ਹੁਕਮ ਚੋਂ ਹੀ ਭਇਓ ਬ੍ਰਹਮਾ, ਬ੍ਰਹਮਾ ਜੀ ਪੈਦਾ ਹੋਏ, ਸ਼ਿਵ ਪੈਦਾ ਹੋਏ, ਸ਼ਿਵ ਜੀ ਪੈਦਾ ਹੋਏ। ਕਾਲ ਹੀ ਪਾਏ ਭਇਓ ਜੁਗੀਆ ਹੈ। ਸ਼ਿਵ ਜੀ ਦਾ ਰਹਿਣ ਬਹਿਣ ਉਪਰਾਮਤਾ ਵਾਲਾ ਹੈ, ਸੁਆਹ ਮਲ ਕੇ ਰੱਖਦੇ ਨੇ, ਮੌਤ ਨੂੰ ਯਾਦ ਰੱਖਦੇ ਨੇ, ਵੀ ਸੱਚਾਈ ਇਹ ਹੈ, ਉਹ ਸੋਚਦੇ ਨੇ, ਜੋਗੀਆਂ ਵੱਤ ਰਹਿੰਦੇ ਨੇ। ਕਹਿੰਦੇ ਇਹ ਮਹਾਂਪੁਰਸ਼ ਅਕਾਲ ਪੁਰਖ ਦੇ ਪੈਦਾ ਕੀਤੇ ਨੇ, ਉਹਦੇ ਹੁਕਮ ਵਿੱਚ ਦੁਨੀਆ 'ਤੇ ਆਏ ਨੇ। ਜਾਂ ਤਿਸ ਭਾਣਾ ਤਾਂ ਜਗਤ ਉਪਾਇਆ, ਬਾਝ ਕਲਾ ਆਡਾਣ ਰਹਾਇਆ, ਬ੍ਰਹਮਾ ਵਿਸ਼ਨ ਮਹੇਸ਼ ਉਪਾਏ, ਮਾਇਆ ਮੋਹ ਵਧਾਏਂਦਾ। ਗੁਰੂ ਗ੍ਰੰਥ ਸਾਹਿਬ ਵੀ ਇਹੀ ਕਹਿ ਰਹੇ ਨੇ, ਕਹਿੰਦੇ ਉਹਦੇ ਹੁਕਮ ਵਿੱਚ ਪੈਦਾ ਹੋਏ ਨੇ। ਅੱਗੇ ਮਹਾਰਾਜ ਕਹਿੰਦੇ ਨੇ ਕਾਲ ਹੀ ਪਾਏ ਸੁਰਾਸੁਰ ਗੰਧਰਵ, ਜਸ਼ ਭੁਜੰਗ ਦਿਸ਼ਾ ਵਿਦਿਸ਼ਾ ਹੈ। ਸੁਰਾਸੁਰ, ਸੁਰ ਦੇਵਤੇ ਚੰਗੇ ਕਰਮ ਕਰਨ ਵਾਲੇ, ਤੇ ਦੈਂਤ ਆਸੁਰ ਮੰਦੇ ਕਰਮ ਕਰਨ ਵਾਲੇ। ਗੰਧਰਵ ਕਹਿੰਦੇ ਦੇਵਤਿਆਂ ਦੇ ਦਰ 'ਤੇ ਜਿਹੜੇ ਗਾਉਂਦੇ ਨੇ ਨਾ, ਉਹਨਾਂ ਨੂੰ ਗੰਧਰਵ ਕਿਹਾ ਜਾਂਦਾ ਹੈ। ਯਸ਼ ਇੱਕ ਕੁਬੇਰ ਦੇਵਤਾ ਹੈ, ਉਹਦੇ ਸੇਵਾਦਾਰਾਂ ਨੂੰ ਯਸ਼ ਕਹਿੰਦੇ ਨੇ। ਭੁਜੰਗ ਜਿਹੜੇ ਸੱਪ ਆਦਿਕ, ਨਾਗ ਆਦਿਕ ਨੇ, ਜਿੰਨੀਆਂ ਵੀ ਜੋਨਾਂ ਨੇ, ਦੇਵੀ ਦੇਵਤੇ ਜਿੰਨੇ ਵੀ ਮਹਾਂਪੁਰਸ਼ ਨੇ। ਦਿਸ਼ਾ ਵਿਦਿਸ਼ਾ ਹੈ, ਦਿਸ਼ਾ ਨਾਰਥ ਈਸਟ ਵੈਸਟ ਸਾਊਥ, ਪੂਰਬ ਪੱਛਮ ਉੱਤਰ ਦੱਖਣ, ਚਾਰ ਦਿਸ਼ਾ ਇਹਨਾਂ ਦੇ, ਵਿਦਿਸ਼ਾ ਚਾਰ ਕੋਨੇ, ਅਸਮਾਨ ਧਰਤੀ 10 ਦਿਸ਼ਾ ਬਣ ਗਈਆਂ। ਇਹ ਸਾਰੀਆਂ ਦਿਸ਼ਾ ਵਿਦਿਸ਼ਾ ਕਾਲ ਹੀ ਪਾਏ, ਕਾਲ ਦੇ ਹੁਕਮ ਵਿੱਚ ਹੀ ਇਹ ਬਣੀਆਂ ਨੇ, ਸਿਰਜਣਾ ਹੋਈ ਹੈ। ਸੋ ਅੱਗੇ ਮਹਾਰਾਜ ਫੁਰਮਾਨ ਕਰਦੇ ਨੇ ਔਰ ਸੋ ਕਾਲ ਸਭੈ ਬਸ ਕਾਲ ਕੇ, ਏਕ ਹੀ ਕਾਲ ਅਕਾਲ ਸਦਾ ਹੈ। ਕਹਿੰਦੇ ਦੇਖੋ ਦੁਨੀਆ ਦੇ ਉੱਤੇ ਜਿਤਨੇ ਵੀ ਕਾਲ ਦੇ ਸਮੇਂ ਦੇ ਪੈਦਾ ਕੀਤੇ ਹੋਏ ਨੇ, ਔਰ ਸੋ ਕਾਲ, ਜਿਹੜੇ ਕਹਿੰਦੇ ਨੇ ਅਸੀਂ ਦੁਨੀਆ ਦਾ ਕਾਲ ਕਰਨ ਵਾਲੇ ਹਾਂ, ਕਹਿੰਦੇ ਕਲਗੀਧਰ ਨਹੀਂ, ਉਹ ਵੀ ਕਾਲ ਦੇ ਵਸ ਵਿੱਚ ਨੇ। ਮਤਲਬ ਔਰ ਸੋ ਕਾਲ, ਜਿੰਨਿਆਂ ਨੇ ਵੀ ਆਪਣੇ ਆਪ ਨੂੰ ਕਾਲ ਵਰਗੇ ਸੂਰਬੀਰ ਰਖਵਾਇਆ ਹੈ। ਸਭੈ ਬਸ ਕਾਲ ਕੇ, ਬੜੇ ਬੜੇ ਸੂਰਬੀਰ ਮੌਤ ਦੇ ਹੱਥਾਂ ਵਿੱਚ ਹੀ ਖੇਡਦੇ ਨੇ। ਅਕਾਲ ਕੌਣ ਹੈ? ਮਹਾਨ ਕੌਣ ਹੈ? ਮਹਾਕਾਲ, ਜੋ ਕਾਲ ਤੋਂ ਤਕੜਾ ਹੈ ਉਹ ਕੌਣ ਹੈ? ਕਹਿੰਦੇ ਏਕ ਹੀ ਕਾਲ ਅਕਾਲ ਸਦਾ ਹੈ। ਗੁਰੂ ਗ੍ਰੰਥ ਸਾਹਿਬ ਨੇ ਉਸ ਨੂੰ ਲਿਖਿਆ ਅਕਾਲ ਮੂਰਤ ਜਿਸ ਕਦੇ ਨਹੀਂ ਖਾਓ, ਜਿਹੜਾ ਮੂਰਤ ਤੋਂ ਰਹਿਤ, ਜਿਸ ਨੂੰ ਕੋਈ ਮਾਰ ਨਹੀਂ ਸਕਦਾ, ਉਹੀ ਇੱਕ ਅਕਾਲ ਪੁਰਖ ਹੈ ਜੋ ਸਾਰਿਆਂ 'ਚ ਸਵਾਸ ਬਣ ਕੇ, ਜੋਤ ਬਣ ਕੇ ਸਮਾਇਆ ਹੈ। ਹੋਰ ਕਹਿੰਦੇ ਸਭ ਦੁਨੀਆ ਤੋਂ ਜਾਣ ਵਾਲੇ ਨੇ। ਇਹ ਇਸ਼ਟ ਹੈ ਗੁਰੂ ਗੋਬਿੰਦ ਸਿੰਘ ਦਾ, ਅਕਾਲ ਪੁਰਖ।
ਭੁਜੰਗ ਪ੍ਰਿਆਤ ਛੰਦ ਨਮੋ ਦੇਵ ਦੇਵੰ ਨਮੋ ਖੜਗ ਧਾਰੰ। ਨਮਸਕਾਰ ਹੈ ਮੇਰੀ ਉਸ ਅਕਾਲ ਪੁਰਖ ਨੂੰ ਜੋ ਦੇਵਤਿਆਂ ਦਾ ਵੀ ਦੇਵ ਹੈ। ਨਮੋ ਖੜਗ ਧਾਰੰ, ਜਿਸ ਨੇ ਪ੍ਰਤੱਖ ਮੈਦਾਨੇ ਜੰਗ 'ਚ ਸੂਰਬੀਰਾਂ ਦੇ ਰੂਪ ਵਿੱਚ ਖੰਡਾ ਫੜਿਆ ਹੈ, ਜਾਂ ਨਿਰਗੁਣ ਸਰੂਪ ਦੇ ਤੌਰ 'ਤੇ ਹੁਕਮ ਰੂਪੀ ਖੰਡਾ ਫੜਿਆ ਹੈ। ਦੋ ਧਾਰਾਂ ਨੇ ਜਿਹਦੀਆਂ ਪੈਦਾ ਕਰੀ ਜਾਂਦਾ ਹੈ, ਖਾਤਮਾ ਕਰੀ ਜਾਂਦਾ ਹੈ। ਕਹਿੰਦੇ ਉਹਨੂੰ ਨਮਸਕਾਰ ਹੈ। ਸਦਾ ਏਕ ਰੂਪੰ ਸਦਾ ਨਿਰਵਿਕਾਰੰ, ਉਹ ਇੱਕ ਰੂਪ ਹੈ, ਭਾਵ ਸਦੀਵੀ ਇੱਕ ਰਹਿਣ ਵਾਲਾ। ਉਹ ਇਹ ਨਹੀਂ ਹੈ ਵੀ ਜਵਾਨ ਹੈ ਬਜ਼ੁਰਗ ਹੋ ਜਾਵੇਗਾ, ਬਚਪਨ ਵਿੱਚ ਹੈ ਜਵਾਨ ਹੋ ਜਾਵੇਗਾ, ਕਹਿੰਦੇ ਨਹੀਂ, ਉਹਦਾ ਇੱਕ ਹੀ ਰੂਪ ਹੈ। ਸੋ ਮਹਾਰਾਜ ਆਖਣ ਲੱਗੇ ਸਦਾ ਨਿਰਵਿਕਾਰੰ, ਵਿਕਾਰਾਂ ਤੋਂ ਰਹਿਤ ਜੀ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹਦੇ ਵਿੱਚ ਕੋਈ ਵੀ ਔਗਣ ਨਹੀਂ ਹੈ। ਨਮੋ ਰਾਜ ਸੰਗ ਸਾਂਤਕੰ ਤਾਮਸੇਯੰ, ਰਾਜ ਸੰਗ ਰਾਜਿਆਂ ਵਾਲੇ ਠਾੜ, ਜੇ ਕੋਈ ਰਾਜਾ ਹੈ ਤੇ ਉਹਦੇ 'ਚ ਵੀ ਉਹਦਾ ਹੀ ਬਖਸ਼ਿਆ ਸਵਾਸਾਂ ਦਾ ਖਜ਼ਾਨਾ ਹੈ। ਕਿਤੇ ਰਾਜਿਆਂ ਵਾਂਗੂ ਰਹਿ ਰਿਹਾ ਹੈ। ਸਾਂਤਕੰ, ਕਿਤੇ ਸ਼ਾਂਤ ਚਿੱਤ ਸਾਧ ਬਣ ਕੇ ਬੈਠਾ ਹੈ, ਕਿਤੇ ਤਾਮਸੇਯੰ, ਕਿਤੇ ਕ੍ਰੋਧੀ ਬਣ ਕੇ ਤੁਰਿਆ ਫਿਰਦਾ ਹੈ, ਲੜਦਾ ਫਿਰਦਾ ਹੈ। ਸਾਰਿਆਂ ਦੇ ਵਿੱਚ ਉਹਦੀ ਹੀ ਜੋਤ ਹੈ। ਇਹ ਗੁਰੂ ਗੋਬਿੰਦ ਸਿੰਘ ਦੀ ਨਦਰ ਹੈ। ਨਮੋ ਨਿਰਵਿਕਾਰੰ ਨਮੋ ਨਿਰਜੂਰੇਯੰ। ਤਕਰੀਬਨ ਹੀ ਸੰਸਕ੍ਰਿਤ, ਫਾਰਸੀ ਅਤੇ ਅਰਬੀ ਇਹ ਭਾਸ਼ਾ ਬਹੁਤਾਤ ਵਿੱਚ ਬਚਿੱਤਰ ਨਾਟਕ ਵਿੱਚ ਆਉਂਦੀਆਂ ਨੇ। ਇਹ ਨਮੋ ਲਫ਼ਜ਼ ਸਾਰਾ ਸੰਸਕ੍ਰਿਤ ਤੋਂ ਲਿਆ ਗਿਆ ਖਜ਼ਾਨਾ ਹੈ। ਕਹਿੰਦੇ ਤੂੰ ਨਿਰਵਿਕਾਰ ਹੈ, ਨਮੋ ਨਿਰਜੂਰੇਯੰ, ਅਰੋਗ ਹੈ, ਜੜ ਤੋਂ ਰਹਿਤ ਹੈ, ਬੁੱਢਾ ਨਹੀਂ ਹੁੰਦਾ, ਤੈਨੂੰ ਕੋਈ ਰੋਗ ਨਹੀਂ ਲੱਗਦਾ। ਰਸਾਵਲ ਛੰਦ ਨਮੋ ਬਾਣ ਪਾਣੰ ਨਮੋ ਨਿਰਭਿਆਣੰ। ਐ ਦੀਨ ਦੁਨੀਆ ਦੇ ਮਾਲਕ, ਜੀਵ ਜੰਤੂਆਂ ਦੀ ਕਿਸਮਤ ਦਾ ਤੀਰ ਤੇਰੇ ਹੱਥ ਵਿੱਚ ਫੜਿਆ ਹੋਇਆ ਹੈ, ਜਾਂ ਪ੍ਰਤੱਖ ਮੈਦਾਨੇ ਜੰਗ ਵਿੱਚ ਸੂਰਬੀਰਾਂ ਵਾਲੇ ਰੂਪ ਵਿੱਚ ਤੂੰ ਬਾਣ ਦੇ ਧਾਰਨੇ ਵਾਲਾ ਹੈ, ਪਾਣ ਪਹਿਨਣ ਵਾਲਾ ਹੈ ਬਾਣ ਨੂੰ, ਤੀਰ ਨੂੰ। ਨਮੋ ਨਿਰਭਿਆਣੰ, ਭਿਆਨ ਕਹਿੰਦੇ ਨੇ ਡਰਾਉਣਾ, ਤੂੰ ਨਿਰਭਿਆਣ ਹੈ, ਡਰ ਤੋਂ ਰਹਿਤ ਹੈ, ਕਿਸੇ ਤੋਂ ਡਰਦਾ ਨਹੀਂ ਹੈ ਤੂੰ ਜਦੋਂ ਮੈਦਾਨੇ ਜੰਗ ਵਿੱਚ ਵੀ ਉਤਰੇ। ਨਮੋ ਦੇਵ ਦੇਵੰ ਭਵਾਣੰ ਭਵੇਯੰ। ਇੱਕ ਤੇ ਉਹ ਦੇਵਤੇ ਜਿਹੜੇ ਆ ਗਏ ਚਲੇ ਗਏ, ਉਮਰਾਂ ਨੇ, ਸਮਾਂ ਹੈ, ਪਰ ਤੂੰ ਉਹਨਾਂ ਦੇਵਤਿਆਂ ਦਾ ਦੇਵ ਹੈ। ਕੈਸਾ ਹੈ? ਕਹਿੰਦੇ ਭਵਾਣੰ ਭਵੇਯੰ, ਜਿਹਦੀ ਜਗਤ ਵਿੱਚ, ਭਵਾਨ ਜਗਤ ਵਿੱਚ, ਭਵੇਯੰ ਸਦਾ ਹੀ ਹੋਂਦਾ ਹੈ, ਸਦੀਵੀ ਰਹਿਣ ਵਾਲਾ ਦੇਵ ਹੈ ਤੂੰ। ਭੁਜੰਗ ਪ੍ਰਿਆਤ ਛੰਦ ਨਮੋ ਖਗ ਖੰਡੰ ਕਿਰਪਾਣੰ ਕਟਾਰੰ। ਖਗ ਕਹਿੰਦੇ ਨੇ ਤਲਵਾਰ ਨੂੰ, ਤੇ ਖੰਡ ਕਹਿੰਦੇ ਨੇ ਦੋ ਧਾਰੇ ਖੰਡੇ ਨੂੰ। ਕਿਰਪਾਣੰ ਕਟਾਰੰ, ਕਿਰਪਾਨ, ਕਿਰਪਾ ਨੂੰ ਜੋ ਫੇਂਕ ਦਵੇ, ਅਣਾਣੇ ਨਾਲ ਕਿਰਪਾਨ, ਕਿਰਪਾ ਨੂੰ ਫੇਂਕ ਦਵੇ, ਹਮਲਾ ਕਰ ਦਵੇ। ਨੰਨੇ ਨਾਲ ਕਿਰਪਾਨ, ਜੋ ਕਿਰਪਾ ਕਰ ਦਵੇ ਆਨ ਸ਼ਾਨ ਦੀ ਰੱਖਿਆ ਲਈ। ਤੇ ਕਟਾਰ ਕਹਿੰਦੇ ਨੇ ਦੋ ਧਾਰਾ, ਛੋਟਾ ਜਿਹਾ ਸ਼ਸਤਰ ਹੈ ਜੋ ਕਮਰ ਕੱਸੇ ਵਿੱਚ ਸਿੰਘਾਂ ਨੇ, ਨਿਹੰਗਾਂ ਸਿੰਘਾਂ ਲਮਕਾਇਆ ਹੁੰਦਾ ਹੈ। ਸੋ ਇਹ ਜਿੰਨੇ ਵੀ ਸ਼ਸਤਰ ਨੇ ਮੈਨੂੰ ਤੇਰਾ ਹੀ ਰੂਪ ਲੱਗਦੇ ਨੇ। ਕਿਉਂ ਤੇਰਾ ਰੂਪ ਲੱਗਦੇ ਨੇ? ਕਿਉਂ ਸ਼ਸਤਰਾਂ ਨੂੰ ਪੀਰ ਕਿਹਾ? ਅੱਗੇ ਤੁਹਾਡੇ ਨਾਲ ਸਾਂਝ ਪਾਉਣੇ। ਮਹਾਰਾਜ ਪਾਤਸ਼ਾਹ ਕਹਿੰਦੇ ਨੇ ਸਦਾ ਏਕ ਰੂਪੰ ਸਦਾ ਨਿਰਵਿਕਾਰੰ। ਆਇਆ ਵਿਕਾਰਾਂ ਤੋਂ ਰਹਿਤ, ਇੱਕ ਰਸ ਰਹਿਣ ਵਾਲੇ, ਇੱਕ ਰੂਪ ਰਹਿਣ ਵਾਲੇ ਪਰਮਾਤਮਾ। ਨਮੋ ਬਾਣ ਪਾਣੰ ਨਮੋ ਦੰਡ ਧਾਰਿਅੰ। ਹੱਥ ਵਿੱਚ ਨਾ ਤੂੰ ਸ਼ਸਤਰ ਫੜੇ ਹੋਏ ਨੇ, ਤੂੰ ਦੰਡ ਦੇਣ ਵਾਲਾ ਹੈ, ਤੂੰ ਸਜ਼ਾ ਦੇਣ ਵਾਲਾ ਹੈ। ਤੇਰੇ ਹੁਕਮ ਦੇ ਵਿੱਚ ਸਜ਼ਾ ਮਿਲਦੀ ਹੈ, ਤੇਰਾ ਹੁਕਮ ਹੀ ਸ਼ਸਤਰ ਹੈ। ਦੀਨ ਦੁਨੀਆ ਦੇ ਮਾਲਕ ਕਹਿੰਦੇ ਗੁਰੂ ਗੋਬਿੰਦ ਸਿੰਘ, ਜਿਨੈ 14 ਲੋਕ ਜੋਤੰ ਬਿਥਾਰਿਅੰ। ਔਰ ਅਕਾਲ ਪੁਰਖ, ਜਿੱਥੇ ਤੂੰ ਸ਼ਸਤਰ ਸਰੂਪ ਹੈ ਉੱਥੇ ਜੋਤ ਸਰੂਪ ਵੀ ਹੈ ਤੂੰ। 14 ਲੋਕਾਂ ਦੇ ਵਿੱਚ ਤੇਰੀ ਜਿਹੜੀ ਜੋਤ ਹੈ ਨਾ, ਉਹ ਬਿਥਾਰੀ ਹੋਈ ਹੈ ਤੂੰ, ਫੈਲਾ ਕੀਤਾ ਹੋਇਆ ਹੈ ਤੂੰ। ਰਵਸਸ ਦੀਪ ਅਨੂਪ ਜੋਤ ਤ੍ਰਿਭਵਨ ਜੋਤ ਅਪਾਰ।
ਸੂਰਜ ਚੰਦ ਵੀ ਤੇਰੀ ਜੋਤੀ ਨਾਲ ਜਗਦੇ ਨੇ, ਤ੍ਰਿਭਵਨ ਅੰਦਰ ਤੇਰੀ ਜੋਤ ਸਮਾਈ ਹੋਈ ਹੈ। ਨਮਸਕਾਰਿਅੰ ਮੋਰ ਤੀਰੰ ਤੂ ਫੰਗੰ, ਮੈਂ ਤੈਨੂੰ ਨਮਸਕਾਰ ਕਰਦਾ। ਹੁਣ ਦੇਖੋ ਇਹ ਜਿਹੜੇ ਤੀਰ ਨੇ ਨਾ, ਤੁਫੰਗ ਜਿਹੜੀ ਰਫਲ ਹੈ, ਕਹਿੰਦੇ ਮੇਰਾ ਤੂੰ ਹੀ ਹੈ ਸਭ ਕੁਝ, ਐ ਅਕਾਲ ਪੁਰਖ ਮੇਰਾ ਤੂੰ ਹੀ ਹੈ ਸਭ ਕੁਝ। ਅੱਗੇ ਮਹਾਰਾਜ ਪਾਤਸ਼ਾਹ ਆਖਣ ਲੱਗੇ, ਨਮੋ ਖੱਗ ਅਦਗੰ ਅਭੇਯੰ ਅਭੰਗੰ। ਖੱਗ ਦੋ ਧਾਰੀ ਖੰਡਾ, ਅਦਗੰ ਕਹਿੰਦੇ ਨੇ ਜੋ ਦਾਗ ਤੋਂ ਬਿਨਾਂ ਹੈ। ਚਾਹੇ ਪ੍ਰਮਾਤਮਾ ਕੋਲ ਦੋ ਧਾਰੀ ਖੰਡਾ ਹੈ, ਹੁਕਮ ਵਿੱਚ ਦੁਨੀਆ ਨੂੰ ਆਗਾਜ਼ ਬਖਸ਼ਦਾ ਹੈ, ਪੈਦਾਇਸ਼ ਕਰਦਾ ਹੈ, ਹੁਕਮ ਵਿੱਚ ਲਹਿਤਾ ਖਾਤਮਾ ਕਰਦਾ ਹੈ, ਔਰ ਸਾਰਿਆਂ 'ਚ ਜੋਤ ਸਰੂਪ ਹੈ, ਪਰ ਅਦਾਗ ਹੈ। ਸਾਡੇ ਕੀਤੇ ਕਰਮ ਚੰਗੇ ਜਾਂ ਮੰਦੇ ਇਹ ਸਾਡੇ ਤੇ ਹੈ, ਸਾਡੀ ਝੋਲੀ ਪਾ ਦਿੰਦਾ ਹੈ, ਆਪ ਉਪਰਾਮ ਹੋ ਜਾਂਦਾ, ਪਾਸੇ ਹੋ ਜਾਂਦਾ ਹੈ। ਦੀਨ ਦੁਨੀਆ ਦੇ ਮਾਲਕ ਇੱਦਾਂ ਦੇ ਨੇ ਜਿਵੇਂ ਫੁੱਲਾਂ 'ਚ ਖੁਸ਼ਬੋਈ ਹੈ। ਸੁਗੰਧੀ ਮਾਣੀ ਜਾਓ ਤੇ ਮਾਣੀ ਜਾਓ, ਫੁੱਲ ਤੋੜ ਲਓ ਤੇ ਸੁਗੰਧੀ ਗਈ। ਜਿਉਂਦਾ ਹੈ, ਕਰਮ ਕਰਵਾਈ ਜਾ ਰਿਹਾ ਹੈ। ਜਿਸ ਦਿਨ ਜੋਤ ਖਿੱਚ ਲਈ ਉਸ ਦਿਨ ਸੂਖਸ਼ਮ ਜੀਵ ਸਾਡੇ ਜੋ ਅੰਦਰ ਹੈ, ਸਜ਼ਾ ਉਸ ਨੂੰ ਹੀ ਭੋਗਣੀ ਪੈਣੀ ਹੈ। ਪਰਮਾਤਮਾ ਉਪਰਾਮ ਹੋ ਜਾਂਦਾ ਖੁਸ਼ਬੋਈ ਵਾਂਗੂ, ਸੜਦਾ ਫੁੱਲ ਹੀ ਹੈ, ਖੁਸ਼ਬੋਈ ਚਲੀ ਗਈ। ਸੋ ਮਹਾਰਾਜ ਉਪਰਾਮ ਹਸਤੀ ਨੇ, ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ, ਅਭੇਯੰ ਅਭੰਗੰ। ਅਭੇ ਭੈ ਤੋਂ ਰਹਿਤ ਬੇਖੌਫ ਹੈ, ਅਭੰਗੰ ਅਟੁੱਟ ਹੈ, ਤੈਨੂੰ ਕੋਈ ਤੋੜ ਨਹੀਂ ਸਕਦਾ, ਭੰਗ ਨਹੀਂ ਕਰ ਸਕਦਾ ਤੈਨੂੰ। ਗਦਾਯੰ ਗਰਿਸ਼ਟੰ ਨਮੋ ਸਹਿਤੀਯੰ। ਗਦਾ ਇਹ ਪਰਸ਼ੀਅਨ ਦਾ ਲਫ਼ਜ਼ ਹੈ। ਗਦਾ ਦਾ ਪਹਿਲਾ ਮਤਲਬ ਹੈ ਫਕੀਰ ਹੋਣਾ, ਤੇ ਜੇ ਤੁਸੀਂ ਸੰਸਕ੍ਰਿਤ ਵਿੱਚ ਆ ਜਾਓ ਤੇ ਗਦਾ ਦਾ ਜਿਹੜਾ ਮਤਲਬ ਹੈ ਉਹ ਹੈ ਮੁਦਗਰਾ। ਉਹ ਗਦਾ ਹੁੰਦੀ ਨਾ, ਹਨੂਮਾਨ ਦੀਆਂ ਫੋਟੋਆਂ 'ਚ ਤੱਕੀ ਹੋਣੀ ਤੁਸੀਂ, ਪਰ ਸ਼ਸਤਰ ਯਾਦ ਰੱਖਿਓ, ਸ਼ਸਤਰ ਉਹਦੇ ਜਿਹੜੇ ਮੈਦਾਨੇ ਜੰਗ ਵਿੱਚ ਕੰਮ ਆ ਗਏ ਉਹਦੇ ਹੀ ਹੁੰਦੇ ਨੇ। ਸ਼ਸਤਰ ਕਿਸੇ ਦੇ ਨਾਮ ਦੀ ਮੋਹਰ ਨਹੀਂ ਹੁੰਦੀ। ਇਹ ਜਿਨ੍ਹਾਂ ਸ਼ਸਤਰਾਂ ਦੇ ਨਾਮ ਲੈਂਦੇ ਨੇ ਖਾਲਸਾ ਵਰਤਦਾ ਰਿਹਾ ਮੈਦਾਨੇ ਜੰਗ ਵਿੱਚ, ਹੋਣਗੇ ਦੇਵਤਿਆਂ ਕੋ ਵੀ, ਪਰ ਖਾਲਸੇ ਦੇ ਸ਼ਸਤਰ ਹੀ ਨੇ ਜਿਨ੍ਹਾਂ ਨੇ ਭਾਰਤ ਵਰਸ਼ ਨੂੰ ਆਜ਼ਾਦ ਕਰਾਇਆ ਹੈ, ਹੋਰ ਕੋਈ ਆਜ਼ਾਦ ਨਹੀਂ ਕਰਵਾ ਸਕਿਆ। ਬੁੱਲੇ ਸ਼ਾਹ ਨੇ ਤਾਂ ਹੀ ਕਿਹਾ ਸੀ, ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ, ਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁਨਤ ਹੋਤੀ ਸਭ ਕੀ। ਇਹ ਉਹਦੇ ਬਖਸ਼ੇ ਸ਼ਸਤਰ ਹੀ ਨੇ, ਭਾਰਤ ਵਰਸ਼ ਇਨਸਾਨੀਅਤ ਆਜ਼ਾਦ ਹੋਈ ਸੀ ਇੱਥੇ। ਕਹਿੰਦੇ ਤੈਨੂੰ ਨਮੋ ਹੈ, ਤੂੰ ਫਕੀਰਾਂ ਦਾ ਰੂਪ ਹੈ, ਤੂੰ ਗਦਾ ਦਾ ਸ਼ਸਤਰਾਂ ਦਾ ਰੂਪ ਹੈ। ਗਰਿਸ਼ਟੰ ਬੜਾ ਭਾਰੀ ਹੈ, ਬਰਕਤਾਂ ਵਾਲਾ ਹੈ। ਨਮੋ ਸਹਿਤੀਯੰ, ਸਹਿਤੀ ਬਰਸ਼ੀ ਨੂੰ ਕਹਿੰਦੇ ਨੇ। ਕਿਤੇ ਤੂੰ ਬਰਸ਼ੀ ਦੇ ਸਰੂਪ ਵਿੱਚ ਹੈ। ਜੇ ਨੈ ਤੁਲੀਯੰ ਬੀਰ ਬੀਯੰ ਨਾ ਬੀਯੰ, ਜੇ ਨੈ ਤੁਲੀਯੰ ਬੀਰ ਬੀਓ ਨਾ ਬੀਯੰ। ਤੇਰੇ ਤੁਲ ਬਰਾਬਰ, ਤੁਲੀਯੰ ਤੇਰੇ ਬਰਾਬਰ ਕੋਈ ਤੁਲ ਜਾਵੇ ਐਸਾ ਕੋਈ ਸੂਰਮਾ। ਬੀਓ ਤੋਂ ਭਾਵ ਹੈ ਦੁਨੀਆ ਦੇ ਉੱਤੇ ਪੈਦਾ ਨਹੀਂ ਹੋਇਆ ਐਸਾ ਕੋਈ ਵੀਰ ਜਿਹੜਾ ਤੇਰੇ ਬਰਾਬਰ ਤੁਲ ਸਕਦਾ ਹੈ। ਅੱਗੇ ਮਹਾਰਾਜ ਇਹ ਬਾਣੀ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਕਹਿੰਦੇ ਨੇ, ਏਕੋ ਵੇਖਾ ਅਵਰ ਨਾ ਬੀਆ। ਮਹਾਰਾਜ ਕਹਿੰਦੇ ਸਾਰਿਆਂ 'ਚ ਹੀ ਉਹ ਸਮਾਇਆ ਹੈ, ਸੂਰ ਵੀਰਾਂ ਦੇ ਵਿੱਚ, ਸ਼ਸਤਰਾਂ ਦੇ ਵਿੱਚ, ਹਰ ਜ਼ਰੇ ਵਿੱਚ ਜੋਤ ਸਰੂਪ ਹੋ ਕੇ ਸਮਾਇਆ ਹੈ। ਉਹ ਦੀਨ ਦੁਨੀਆ ਦੇ ਮਾਲਕ ਅੱਗੇ ਫੁਰਮਾਨ ਕਰਦੇ ਨੇ, ਰਸਾਵਲ ਛੰਦ ਨਮੋ ਚੱਕਰ ਪਾਣੰ ਅਭੂਤੰ ਭਿਆਣੰ। ਅਕਾਲ ਪੁਰਖ ਨਮਸਕਾਰ ਹੈ। ਚੱਕਰ ਪਾਣੰ, ਤੂੰ ਦੁਨੀਆ ਨੂੰ, ਮੰਡਲ ਨੂੰ ਆਪਣੇ ਹੁਕਮ ਨਾਲ ਧਾਰਿਆ ਹੋਇਆ ਹੈ। ਤੇਰੀ ਹਕੂਮਤ ਚੱਲ ਰਹੀ ਹੈ ਦੁਨੀਆ ਦੇ ਉੱਤੇ। ਅਭੂਤੰ ਭਿਆਣੰ, ਅਭੂਤ ਪੰਜਾਂ ਤੱਤਾਂ ਤੋਂ ਰਹਿਤ ਹੈ ਤੂੰ। ਤੂੰ ਪੰਜਾਂ ਤੱਤਾਂ ਦਾ ਮਿੱਟੀ ਆਦਿਕ ਦਾ ਬਣਿਆ ਹੋਇਆ ਨਹੀਂ ਹੈ। ਭਿਆਣੰ ਭੈ ਦੇਣ ਵਾਲਾ ਹੈ ਸਭ ਨੂੰ। ਭਿਆਣੰ ਸਦਾ ਤੇਰੀ ਹੋਂਦ ਬਰਕਰਾਰ ਹੈ, ਹੋਂਦ ਵਾਲਾ ਹੈ। ਨਮੋ ਉਗਰ ਦਾੜੰ ਮਹਾਗ੍ਰਿਸ਼ਟ ਗਾੜੰ। ਉਗਰ ਕਹਿੰਦੇ ਨੇ ਤਿੱਖਾ, ਵੱਡਾ। ਦਾੜੰਗ ਤੋਂ ਭਾਵ ਹੈ ਜਿਹੜੇ ਆ ਵੱਡੇ ਦੰਦ ਨੇ ਪਿੱਛੇ ਚਬਾਉਂਦੇ ਨੇ ਨਾ ਪ੍ਰਸ਼ਾਦੇ ਨੂੰ। ਕਹਿੰਦੇ ਇੱਦਾਂ ਹੈ,
तेरी काल रूपी जिहड़ी ताकत है वह बड़ियां भयंकर दाड़ां वर्गी है, सब नूं चबा के सुੱਟ दिना है तू, सब नूं चिथ के सुੱਟ दिना है। जो भी पैदा होया है दुनिया ते उसनूं चिथ दिना है तू। बड़ा बलवान है, महागृष्ट गाड़ं, गाड़ा बहुता ते गृष्ट दा मतलब वड्डा, बहुत वड्डा आकार गत अजमत जो तेरा है, जो बयानिया नहीं जा सकता। अजमती आकार है तेरा, अजमत बड़ी है तेरे विच। महाराज कहंदे गाड़ी बरकत दा वड्डा मालक है। नमो तीर तोपंग जे नੈ सत्र घोपंग। तेरे अगे अकाल पुरख नमस्कार है। तू हुक्म रूपी तीर छड्ड के दुनिया नूं चलाउना है, चंगे मंदे कर्मां दी सज़ा दिना है। तेरे हुक्म विच सारी सृष्टि चलदी है। किते तू प्रतख सूरमे दे हथ विच फड़िया तीर है, क्योंकि तीर जान लै भी लैंदा है ते रखिया भी कर दिंदा है। शस्त्र जान लै भी लैंदे ने, रखदे भी ने, ते रब दे भी यही गुण ने। रखियक है, पैदा करन वाला है। शस्त्रां नूं तां पीर किया, कहंदे किते तोप है, किते तीर है तू, किते कमान है तू। जिनै सत्र घोपंग नमो तीर तोपंग। तू ओ तीर है, तू ओ शस्त्र है अकाल पुरख। घोपंग तो भाव जो वैरियां दा विनाश कर दिना है, वैरियां नूं खत्म कर देना है। तेरा हुक्म रूपी तीर भी दुनिया का खात्मा कर सकता है। अगे महाराज पातशाह कहते ने नमो धोप पट्टं जिनै दुष्ट दट्टं। धोप जिहड़ा लफ्ज़ आउंदा है ना, एक सीधी पतली जी तलवार हुंदी है। ये वक्खो वक्ख शस्त्रां दे नाम ने, और इतने नाम कलगीधर लिख गए, किसी होर कवि जन नूं ये नामां दा ज्ञान नहीं है। पट्टंग ढाल नूं कहंदे ने, जान दी रखिया करन वाली ढाल भी तू है, जान लैण वाला शस्त्र भी तलवार धोप भी तू है। कैसे शस्त्र जिनै दुष्ट दट्टंग, जिन्हां दुष्टां नूं ताड़िया है, झंझोड़ के सुੱਟ दिता है, खत्म कर दिता है। जितै शस्त्र नामं नमस्कार तामंग। ये बड़ा प्रचलित है खालसे विच नारा। महाराज कहंदे जितै शस्त्र नामं। शस्त्र की हुंदा? शश। शश का मतलब है कटना, हाथ विच फड़ के जिद्दां तलवार है। अगे कहंदे ने तैनूं नमस्कार है, ऐ शस्त्रां दे स्वरूप वाले परमात्मा, सारे शस्त्रां नूं नमस्कार। जितै अस्त्र भेयंग नमस्कार तेयंग। भेयंग जिहड़े जाने जांदे ने, जिन्ने भी अस्त्र ने, अस्त्र कहंदे ने हथों छड्डण वाले नूं, जिवें तीर छड्डीदा है ना, जो हथों छड्ड के चलाइए। जिन्ने भी अस्त्र ने, जिन्ने भी शस्त्र ने, तेरा ही रूप ने। मैं नमस्कार तैनूं पातशाह कहंदे करदा हां। आद मद और अंत परमेश्वर रखिया। शस्त्र पीर क्यों ने? शस्त्र रखिया करते ने। शस्त्र पीर क्यों ने? शस्त्र लैता करते ने, खात्मा करते ने। ये परमात्मा का रूप कह के तां ही वड्याया है। जान बख्श भी दिंदे ने, जान लै भी लैंदे ने, तख्ते पलट भी दिंदे ने, तख्ते दवा भी दिंदे ने। पर महाराज कहंदे आए परमेश्वर तेरा ही रूप ने, तू भी रखिया करदा, ये भी रखिया करते ने। इसे करके ही तख्तां ते चले जाओ, चाहे हजूर साहिब है, अकाल तख्त साहिब है, पटना साहिब है, जितने भी खालसे दे तख्त ने, दमदमा साहिब है, केसगढ़ साहिब है, शस्त्र उच्चे पए हुंदे ने। अकाल पुरख का स्वरूप मन्निया गया शस्त्रां नूं। कदे कोई तर्क करे तो समझ रखियो इन्नी। दीन दुनिया दे मालक कहंदे तेरे अगे नमस्कार है। सवैया मेर करो तृण ते मोहे जाहे, गरीब नवाज ना दूसर तो सो। निर्माणता विच आ गए। मैं फिर कह देवां, शस्त्र निजात दिवाउण लई बख्शे ने पातशाह ने। गई बहोड़ बंदी छोड़ निरंकार दुखदारी, सतगुर बंदी छोड़ है, जीवन मुक्त करै उडीना। वो जानते ने जे शस्त्रां दी वडियाई करांगे, भारत वर्ष के लोग जो गऊआं बन गए ने शस्त्र उठाउणगे ते मुगलों नाल जंगजू क्रिया विच हिस्सा लैणगे ते इन्हां नूं आज़ादी मिल जाएगी, नहीं तो सदियां तो गुलाम ने। शस्त्र ही तख्त दबाउंदा है। अगे निर्माणता विच आके पातशाह समझाउंदे ने।
ਆਖਣ ਲੱਗੇ ਅਰਦਾਸ ਕਰਨੀ ਹੋਵੇ ਤੇ ਇਸ ਤਰ੍ਹਾਂ ਉਹਦੇ ਅੱਗੇ ਤਰਲਾ ਲਿਆ ਕਰੋ, ਮੇਰ ਕਰੋ ਤ੍ਰਿਣ ਤੇ ਮੋਹ ਜਾਹੇ, ਗਰੀਬ ਨਵਾਜ ਨਾ ਦੂਸਰ ਤੋ ਸੋ। ਐ ਅਕਾਲ ਪੁਰਖ ਮੈਨੂੰ ਮੇਰ ਕਰ ਦੇ, ਮੈਂ ਘਾਹ ਦਾ ਕਿਣਕਾ ਹਾਂ। ਮੇਰ ਕਹਿੰਦੇ ਨੇ ਪਰਬਤ ਨੂੰ, ਮੈਨੂੰ ਪਹਾੜ ਬਣਾ ਦੇ, ਮੈਂ ਦੁੱਖਾਂ ਵਿੱਚ ਮਸਲਿਆ ਗਿਆ ਹਾਂ ਕਿਣਕਾ ਬਣ ਕੇ, ਮੇਰੇ ਦੁੱਖ ਦੂਰ ਕਰ ਦੇ। ਗਰੀਬ ਨਵਾਜ ਨਾ ਦੂਸਰ ਤੋ ਸੋ। ਮਹਾਰਾਜ ਕਹਿੰਦੇ ਇਹ ਜਿਹੜਾ ਗਰੀਬ ਲਫ਼ਜ਼ ਹੈ ਨਾ, ਅਰਬੀ ਦਾ ਹੈ, ਕੰਗਾਲ। ਨਵਾਜ਼ ਲਫ਼ਜ਼ ਫਾਰਸੀ ਦਾ ਹੈ। ਵੇਖੋ ਇੱਕ ਪੰਕਤੀ ਵਿੱਚ ਕੀ ਕੁਝ ਮਹਾਰਾਜ ਵਰਤਦੇ ਨੇ। ਗਰੀਬ ਲਫ਼ਜ਼ ਅਰਬੀ ਦਾ ਹੈ, ਭਾਵ ਦੀਨ, ਕੰਗਾਲ, ਤੇ ਨਵਾਜ਼ ਲਫ਼ਜ਼ ਫਾਰਸੀ ਦਾ ਹੈ, ਵਡਿਆਉਣ ਵਾਲਾ। ਤੇਰੇ ਅੱਗੇ ਤਾਂ ਬੇਨਤੀ ਹੈ, ਤੂੰ ਗਰੀਬਾਂ ਨੂੰ, ਜਿਨ੍ਹਾਂ ਦਾ ਖੁਰਾ ਖੋਜ ਮਿਟ ਚੁੱਕਿਆ ਹੋਵੇ, ਉਹਨਾਂ ਨੂੰ ਨਵਾਜਣ ਵਾਲਾ ਹੈ। ਤੇਰੇ ਵਰਗਾ ਗਰੀਬ ਨਵਾਜ ਕੋਈ ਨਹੀਂ। ਆਓ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੀਏ ਵੀ ਇਹ ਠੀਕ ਹੈ? ਕਹਿੰਦੇ ਗਰੀਬ ਨਿਵਾਜ ਗੁਸਈਆ ਮੇਰਾ ਮਾਤਾ ਛਤਰ ਧਰੈ। ਗਰੀਬਾਂ ਦੇ ਸਿਰ ਤੇ ਛਤਰ ਪਹਿਨਾ ਦਿੰਦਾ ਹੈ ਉਹ। ਅੱਗੇ ਮਹਾਰਾਜ ਆਖਣ ਲੱਗੇ ਮੇਰੇ ਵਰਗਾ ਗਰੀਬ ਨਹੀਂ ਤੇ ਤੇਰੇ ਵਰਗਾ ਨਿਵਾਜ ਨਹੀਂ। ਵੇਖੋ ਮਹਾਰਾਜ ਅਕਾਲ ਪੁਰਖ ਦਾ ਸਰੂਪ ਨੇ, ਗੁਰ ਪਰਮੇਸ਼ਰ ਇੱਕੋ ਜਾਣ। ਇੱਥੇ ਸਾਨੂੰ ਸਿਖਾਉਂਦੇ ਨੇ ਕਿੱਦਾਂ ਅਕਾਲ ਪੁਰਖ ਅੱਗੇ ਤਰਲਾ ਲੈਣਾ ਹੈ। ਭੂਲ ਸ਼ਿਮੋ ਹਮਰੀ ਪ੍ਰਭ ਆਪ, ਨਾ ਭੂਲਨ ਹਾਰ ਕਹਾਂ ਕੋ ਮੋਸੋ। ਮਹਾਰਾਜ ਕਹਿੰਦੇ ਭੂਲ ਸ਼ਿਮੋ ਹਮਰੀ ਪ੍ਰਭ ਆਪ, ਨਾ ਭੂਲਨ ਹਾਰ ਕਹੂੰ ਕੋ ਮੋਸੋ। ਮਹਾਰਾਜ ਅਸੀਂ ਜੀਵਨ ਵਿੱਚ ਵਿਚਰਦੇ ਹਾਂ ਨਾ, ਬੜੀਆਂ ਗਲਤੀਆਂ ਕਰਦੇ ਹਾਂ, ਗੁਰਮਤਿ ਦੇ ਉਲਟ ਚੱਲਦੇ ਹਾਂ। ਸੋ ਸਾਡੀ ਕੋਈ ਵੀ ਭੁੱਲ ਹੈ ਨਾ, ਸ਼ਿਮੋ ਖਿਮਾ ਕਰ ਦਿਓ, ਅਣਜਾਣ ਜਾਣ ਕੇ ਸਾਨੂੰ ਮਾਫ ਕਰ ਦਿਓ। ਨਾ ਭੁੱਲਣ ਹਾਰ ਕਹੂੰ ਕਹੂ ਮੋਸੋ। ਮੇਰੇ ਵਰਗਾ ਕੋਈ ਭੁੱਲਣ ਹਾਰ ਨਹੀਂ ਹੈ, ਗਲਤੀਆਂ ਕਰਨ ਵਾਲਾ ਕੋਈ ਹੋਰ ਨਹੀਂ ਹੈ, ਤੇ ਤੇਰੇ ਵਰਗਾ ਬਖਸ਼ਿੰਦ ਕੋਈ ਹੋਰ ਨਹੀਂ ਹੈ। ਸੇਵ ਕਰੀ ਤੁਮਰੀ ਤਿਨਕੇ, ਸਭ ਹੀ ਗ੍ਰਹਿ ਦੇਖੀਅਤ ਦਰਬ ਭਰੋਸੋ। ਕਹਿੰਦੇ ਭਾਵੇਂ ਕੋਈ ਕਿਣਕਾ ਹੈ ਨਾ ਮਿੱਟੀ ਚ ਰੁਲਦਾ, ਜਿਹੜਾ ਤੇਰੇ ਦਰ ਤੇ ਸੇਵਾ ਕਰ ਲੈਂਦਾ ਹੈ ਨਾ, ਸਭ ਹੀ ਗ੍ਰਹਿ ਦੇਖੀਅਤ ਦਰਬ ਭਰੋਸੋ, ਉਹਦਾ ਘਰ ਦਰਬ ਦੇ ਨਾਲ, ਧਨ ਨਾਲ ਭਰ ਜਾਂਦਾ ਹੈ, ਜਿਹੜਾ ਤੇਰੀ ਸੇਵਾ ਕਰਦਾ। ਆਓ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੀਏ ਠੀਕ ਹੈ? ਕਹਿੰਦੇ ਚਾਰ ਪਦਾਰਥ ਹਰ ਕੀ ਸੇਵਾ। ਅਕਾਲ ਪੁਰਖ ਦੀ ਸੇਵਾ 'ਚੋਂ ਸਭੇ ਪਦਾਰਥ ਮਿਲ ਜਾਂਦੇ ਨੇ, ਧਰਮ ਅਰਥ ਕਾਮ ਮੋਖ ਦੀ ਪ੍ਰਾਪਤੀ ਹੋ ਜਾਂਦੀ ਹੈ। ਸੋ ਮਹਾਰਾਜ ਕਹਿੰਦੇ ਸੇਵਾ ਕਿਹਦੀ ਕਰਨੀ ਹੈ? ਕੇਵਲ ਇੱਕ ਅਕਾਲ ਪੁਰਖ ਦੀ, ਉਹਦੇ ਨਾਲ ਜੁੜਨਾ ਹੈ। ਯਾ ਕਲ ਮੈਂ ਸਭ ਕਾਲ ਕਿਰਪਾਨ ਕੇ ਭਾਰੀ ਭੁਜਾਨ ਕੋ ਭਾਰੀ ਭਰੋਸੋ। ਦੇਖੋ ਇੱਕ ਗੱਲ ਹੈ, ਕਿਰਪਾਨ ਤੋਂ ਭਾਵ ਹੈ ਕਿਰਪਾਨ ਧਾਰੀ। ਐ ਆਪਣੀ ਹਕੂਮਤ ਨਾਲ ਦੁਨੀਆ ਨੂੰ ਚਲਾਉਣ ਵਾਲੇ, ਹੁਕਮ ਰੂਪੀ ਕਿਰਪਾਨ ਨਾਲ ਦੁਨੀਆ ਨੂੰ ਚਲਾਉਣ ਵਾਲੇ, ਨਾ ਕੱਟੇ ਜਾਣ ਵਾਲੇ ਹੁਕਮ ਰੂਪੀ ਸ਼ਸਤਰ ਨਾਲ ਦੁਨੀਆ ਨੂੰ ਚਲਾਉਣ ਵਾਲੇ ਪਰਮਾਤਮਾ। ਉਹਦੀ ਕਿਰਪਾਨ, ਉਹਦਾ ਸ਼ਸਤਰ, ਹੁਕਮ ਕੱਟਿਆ ਨਹੀਂ ਨਾ ਜਾਂਦਾ। ਯਾ ਕੱਲ ਮੈਂ, ਇਸ ਕਲਯੁਗ ਦੇ ਸਮੇਂ ਵਿੱਚ ਤੇਰੇ ਤੋਂ ਬਿਨਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਹੋਰ ਕਿਸੇ ਤੇ ਭਰੋਸਾ ਨਹੀਂ ਹੈ। ਇੱਥੋਂ ਸਮਝ ਲੱਗਦੀ ਬਚਿੱਤਰ ਨਾਟਕ ਅਕਾਲ ਪੁਰਖ ਨਾਲ ਜੋੜਨ ਲਈ ਲਿਖਿਆ। ਕਹਿੰਦੇ ਹਰ ਦੇਵੀ ਦੇਵਤੇ ਦਾ ਅਦਬ ਹੈ, ਰਹਿਬਰ ਦਾ ਅਦਬ ਹੈ, ਪਰ ਭਰੋਸਾ ਤੇਰੇ ਤੇ ਹੈ, ਰੱਖਣ ਵਾਲਾ ਤੂੰ ਹੀ ਹੈ। ਹੋਰ ਕਿਸੇ ਅੱਗੇ ਕਹਿੰਦੇ ਸਿਰ ਨਹੀਂ ਝੁਕਾਉਂਦੇ। ਆਖਣ ਲੱਗੇ ਜਾਂ ਕੱਲ ਮੈਂ ਸਭ ਕਾਲ ਕਿਰਪਾਨ ਕੇ ਭਾਰੀ ਭੁਜਾਨ ਕੋ ਭਾਰੀ ਭਰੋਸੋ। ਮੈਨੂੰ ਇਹ ਪਰਮਾਤਮਾ ਭਾਰੀ ਭੁਜਾਨ, ਤੇਰੀਆਂ ਭਾਰੀ ਭੁਜਾਵਾਂ ਉੱਤੇ, ਤੇਰੇ ਬਲ ਉੱਤੇ ਭਾਰੀ ਭਰੋਸੋ, ਭਾਰਾ ਭਰੋਸਾ ਹੈ। ਤੁਮਰੋ ਬਲ ਤੁਮ ਸੰਗ ਸੁਹੇਲੇ, ਜੋ ਜੋ ਕਰਹੋ ਸੋਈ ਸੋਈ ਕਰਨਾ। ਪਰਮਾਤਮਾ ਤੇਰਾ ਹੀ ਬਲ ਹੈ, ਤੇਰੇ ਹੁਕਮ ਵਿੱਚ ਹੀ ਸਭ ਨੇ ਦੁੱਖ ਸੁੱਖ। ਮੈਨੂੰ ਤੇਰੇ ਤੇ ਹੀ ਭਰੋਸਾ ਹੈ, ਹੋਰ ਕਿਸੇ ਤੇ ਨਹੀਂ। ਸੁੰਭ ਨਿਸੁੰਭ ਸੇ ਕੋਟ ਨਿਸਾਚਰ, ਜਾਹੇ ਸ਼ਨੇਕ ਬਿਖੈ ਹਨ ਡਾਰੇ। ਇੰਨਾ ਬਾਹੂਬਲ ਹੈ ਤੇਰੀਆਂ ਭੁਜਾਵਾਂ ਵਿੱਚ। ਸੁੰਭ ਤੇ ਨਿਸੁੰਭ ਜਿਹੜੇ ਦੋ ਭਾਈ ਹੋਏ ਨੇ, ਜਿਨ੍ਹਾਂ ਦੇਵਤੇ ਜਿੱਤੇ ਸਨ, ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਹਨਾਂ ਦਾ ਜ਼ਿਕਰ ਆਉਂਦਾ ਹੈ। ਆਪਾਂ ਕਥਾ ਦਰਮਿਆਨ ਕਈ ਵਾਰ ਕਰ ਚੁੱਕੇ ਹਾਂ, ਗੁਰੂ ਨਾਨਕ ਸਾਹਿਬ ਨੇ ਵੀ ਜ਼ਿਕਰ ਕੀਤਾ ਹੈ। ਕਹਿੰਦੇ ਜਿਹੜੇ ਸੁੰਭ ਨਿਸੁੰਭ ਨੇ ਨਾ, ਐਸੇ ਜਿਹੜੇ ਕਰੋੜਾਂ ਨਿਸਾਚਰ ਨੇ। ਨਿਸਾਚਰ ਕਹਿੰਦੇ ਜਿਹੜਾ ਰਾਤ ਨੂੰ ਵਿਚਰਦਾ ਹੈ, ਨਿਸਾ ਵਿੱਚ ਵਿਚਰਨ ਵਾਲਾ, ਭਾਵ ਜਿਹੜਾ ਅੰਧੇਰੇ ਦੀ ਓਟ ਲੈ ਕੇ ਗਲਤ ਕਰਮ ਕਰਦਾ ਹੈ, ਰਾਖਸ਼। ਜਾਹੇ ਸ਼ਨੇਕ ਬਿਖੈ ਹਨ ਡਾਰੇ,
ਵੱਡੇ ਵੱਡੇ ਦੇਵਤਿਆਂ ਨੂੰ ਜਿੱਤਣ ਵਾਲੇ ਰਾਖਸ਼ ਵੀ ਸ਼ਨੇਕ ਇੱਕ ਛਿਣ ਦੇ ਵਿੱਚ, ਇੱਕ ਪਲ ਦੇ ਵਿੱਚ ਇਹ ਪ੍ਰਮਾਤਮਾ ਤੂੰ ਕਰੋੜਾਂ ਹੀ ਰਾਖਸ਼ ਜਿਹੜੇ ਨੇ ਹਨ ਡਾਰੇ ਤੋਂ ਭਾਵ ਹੈ ਮਿੱਟੀ ਵਿੱਚ ਮਿਲਾ ਦਿੱਤੇ, ਉਹਨਾਂ ਦਾ ਖੁਰਾ ਖੋਜ ਤੂੰ ਮਿਟਾ ਦਿੱਤਾ ਹੈ। ਧੂਮਰ ਲੋਚਨ ਚੰਡ ਅਮੁੰਡ ਸੇ ਮਾਹਕ ਸੇ ਪਲ ਬੀਚ ਨਿਵਾਰੇ। ਇੱਕ ਧੂਮਰ ਲੋਚਨ ਰਾਖਸ਼ ਹੋਇਆ ਹੈ, ਚੰਡ ਮੁੰਡ ਹੋਏ ਨੇ, ਮਹਿਕਾਸੁਰ ਹੋਇਆ ਹੈ। ਦੇਵੀ ਦੁਰਗਾ ਨੇ ਜਿਨ੍ਹਾਂ ਦਾ ਖਾਤਮਾ ਕੀਤਾ ਸੀ, ਪਰ ਤਾਕਤ ਕਿੱਥੋਂ ਲਈ ਸੀ? ਤੈਂ ਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ ਕਰਾਇਆ। ਅਕਾਲ ਪੁਰਖ ਨੇ ਬਲ ਬਖਸ਼ਿਆ ਤੇ ਫਿਰ ਦੈਂਤਾਂ ਦਾ ਨਾਸ਼ ਹੋਇਆ। ਇਉਂ ਆਪਣੇ ਸਤਿਪੁਰਸ਼ਾਂ ਨੂੰ, ਦੇਵੀਆਂ ਨੂੰ, ਅਵਤਾਰੀ ਪੁਰਸ਼ਾਂ ਨੂੰ, ਸੂਰਬੀਰਾਂ ਨੂੰ ਉਹ ਤਾਕਤ ਦੇ ਕੇ ਦੋਖੀਆਂ ਨੂੰ ਦੰਡ ਦਵਾ ਲੈਂਦਾ ਹੈ। ਮਹਾਰਾਜ ਕਹਿੰਦੇ ਚਾਹੇ ਉਹ ਧੂਮਰ ਲੋਚਨ ਸੀ, ਚਾਹੇ ਉਹ ਚੰਡ ਮੁੰਡ ਸੀ, ਚਾਹੇ ਉਹ ਮਹਿਖਾਸੁਰ ਦੈਂਤ ਸੀ, ਮਾਹਕ ਸੇ ਪਲ ਬੀਚ ਨਿਵਾਰੇ, ਇੱਕ ਪਲ ਦੇ ਵਿੱਚ ਰੰਚਕ ਮਾਤਰ ਸਮੇਂ ਵਿੱਚ ਨਿਵਾਰ ਦਿੱਤੇ, ਖੁਰਾ ਖੋਜ ਮਿਟਾ ਦਿੱਤਾ, ਉਹਨਾਂ ਦਾ ਵਜੂਦ ਖਤਮ ਕਰ ਦਿੱਤਾ। ਕੋਈ ਕਿਤਨਾ ਵੀ ਬਲਵਾਨ ਹੋਵੇ ਕਾਲ ਤੋਂ ਵੱਧ ਕੇ ਨਹੀਂ ਹੈ। ਚਾਮਰ ਸੇ ਰਣ ਚਿੱਛਰ ਸੇ ਰਕ ਤਿੱਛਰ ਸੇ ਝਟ ਦੈ ਚਜਕਾਰੇ। ਮਹਾਰਾਜ ਪਾਤਸ਼ਾਹ ਆਖਣ ਲੱਗੇ ਚਾਮਰ ਚਿੱਛਰ ਤੇ ਲਾਲ ਅੱਖਾਂ ਵਾਲੇ ਲੋਕਾਂ ਨੂੰ ਡਰਾਉਣੇ ਹੋ ਕੇ ਦਿਖਾਉਣ ਵਾਲੇ ਜਿਹੜੇ ਦੈਂਤ ਨੇ, ਉਹ ਸੂਰਬੀਰਾਂ ਨੂੰ ਤਾਕਤ ਦੇ ਕੇ ਯੁੱਧ ਭੂਮੀ ਦੇ ਵਿੱਚ ਝਾੜ ਝਾੜ ਕੇ ਸੁੱਟ ਦਿੰਦਾ ਹੈ। ਆਪਣੀ ਬਰਕਤ ਬਖਸ਼ ਕੇ ਉਹ ਝਾੜ ਕੇ ਝੰਜੋੜ ਕੇ ਸੁੱਟ ਦਿੰਦਾ ਹੈ। ਕਹਿੰਦੇ ਐਸੋ ਸੋ ਸਾਹਿਬ ਪਾਏ ਕਹਾਂ ਪਰਵਾਹ ਰਹੀ ਇਹ ਦਾਸ ਤਿਹਾਰੇ। ਜੋ ਵੱਡੇ ਵੱਡੇ ਦੁਸ਼ਮਣਾਂ ਨੂੰ ਝਾੜ ਕੇ ਸੁੱਟ ਦਿੰਦਾ ਹੈ, ਅਜਿਹੇ ਮਾਲਕ ਦਾ ਜੇ ਸਿਰ ਤੇ ਹੱਥ ਹੋਵੇ ਤੇ ਫਿਰ ਡਰ ਨਹੀਂ ਰਹਿੰਦਾ ਕਿਸੇ ਦਾ। ਐ ਸਿੱਖਾ ਅਕਾਲ ਪੁਰਖ ਦੇ ਨਾਲ ਇਸ ਲਈ ਜੁੜਨਾ ਹੈ, ਚਾਹੇ ਉਹ ਪ੍ਰਤੱਖ ਦੁਸ਼ਮਣ ਨੇ, ਦੈਂਤ ਨੇ, ਮਿਟਾ ਦਿੰਦਾ ਹੈ, ਚਾਹੇ ਉਹ ਵਿਕਾਰ ਰੂਪੀ ਦੈਂਤ ਨੇ ਗਿਆਨ ਦੀ ਤਲਵਾਰ ਬਖਸ਼ ਦਿੰਦਾ ਹੈ ਤੈਨੂੰ, ਕਾਮ ਕ੍ਰੋਧ ਲੋਭ ਮੋਹ ਨੂੰ ਕੱਟ ਸੁੱਟੇਗਾ। ਜੇ ਉਹਦੀ ਸ਼ਰਨ ਵਿੱਚ ਆ ਜਾਵੇਂ, ਉਸ ਨੂੰ ਖਸਮ ਧਾਰ ਲਵੇਂ। ਸਾਹਿਬ ਮਾਲਕ ਨੂੰ ਕਹਿੰਦੇ ਨੇ, ਸੁਆਮੀ ਨੂੰ। ਜੇ ਉਹਦੀ ਸ਼ਰਨ ਵਿੱਚ ਆ ਜਾਵੇਂ ਤੇ ਪਾਤਸ਼ਾਹ ਕਹਿੰਦੇ ਨੇ ਫਿਰ ਤੈਨੂੰ ਪਰਵਾਹ ਨਹੀਂ ਹੈ, ਤੇਰੇ ਦੁੱਖਾਂ ਨੂੰ, ਰੋਗਾਂ ਨੂੰ, ਸੋਗਾਂ ਨੂੰ ਉਹ ਆਪ ਮਿਟਾ ਦੇਵੇਗਾ, ਖੁਰਾ ਖੋਜ ਮਿਟਾ ਦੇਵੇਗਾ। ਅੱਗੇ ਪਾਤਸ਼ਾਹ ਕਹਿੰਦੇ ਨੇ ਮੁੰਡੋ ਸੇ ਮਦ ਕੀਟਬ ਸੇ ਮੁਰ ਸੇ ਅਗ ਸੇ ਜਿਨ ਕੋਟ ਦਲੇ ਹੈ। ਇਹ ਸਾਰੇ ਦੈਂਤਾਂ ਦੇ ਨਾਂ ਜਿਨ੍ਹਾਂ ਦੇਵਤੇ ਜਿੱਤੇ ਨੇ, ਗੁਰੂ ਗ੍ਰੰਥ ਸਾਹਿਬ ਵਿੱਚ ਵੀ ਜ਼ਿਕਰ ਆਉਂਦਾ ਹੈ। ਕਹਿੰਦੇ ਮੁੰਡ ਵਰਗੇ ਦੈਂਤ, ਮਧੂ ਕੀਟਬ ਵਰਗੇ ਦੈਂਤ, ਮੁਰ ਵਰਗੇ ਦੈਂਤ, ਐਸੇ ਜਿਹੜੇ ਕਰੋੜਾਂ ਹੀ ਪਾਪ ਕਮਾਉਣ ਵਾਲੇ ਨੇ, ਜਾਂ ਵਿਕਾਰ ਰੂਪੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿੰਨੇ ਵੀ ਦੈਂਤ ਨੇ, ਜਿਨ ਕੋਟ ਦਲੇ ਹੈ, ਐਸੇ ਕਰੋੜਾਂ ਦੈਂਤ, ਕਰੋੜਾਂ ਵਿਕਾਰ ਜੇ ਉਹਦਾ ਨਾਮ ਜਪੇ, ਉਹਦੀ ਸ਼ਰਨ ਜਾਵੇਂ, ਦਲ ਕੇ ਮਲ ਕੇ ਉਹ ਸੁੱਟ ਦਵੇਗਾ। ਓਟ ਕਰੀ ਕਬਹੂ ਨਾ ਜਿਨੈ ਰਣ ਚੋਟ ਪਰੀ ਪਗ ਦਵੈ ਨਾ ਟਲੇ ਹੈ। ਜਿਨ੍ਹਾਂ ਨੇ ਯੁੱਧ ਵਿੱਚ ਨਾ ਏਡੇ ਸੂਰਬੀਰ ਸੀ, ਜਦੋਂ ਦੁਸ਼ਮਣ ਨਾਲ ਲੜਦੇ ਸੀ ਢਾਲ ਨਹੀਂ ਸੀ ਵਰਤਦੇ। ਕਹਿੰਦੇ ਲੋੜ ਹੀ ਨਹੀਂ ਹੈ ਸਾਨੂੰ, ਓਟ ਦੀ ਆਸਰੇ ਦੀ ਲੋੜ ਹੀ ਨਹੀਂ ਹੈ, ਐਡਾ ਮਾਣ ਸੀ ਆਪਣੀਆਂ ਬਾਹਾਂ ਦੇ ਉੱਤੇ। ਕਹਿੰਦੇ ਜਿਨ੍ਹਾਂ ਕਦੇ ਮੈਦਾਨੇ ਜੰਗ ਦੇ ਵਿੱਚ ਓਟ ਨਹੀਂ ਲਈ ਢਾਲੇ ਦੀ, ਪੱਗ ਦਵੈ ਨਾ ਟਲੇ ਹੈ। ਮਹਾਰਾਜ ਪਾਤਸ਼ਾਹ ਆਖਣ ਲੱਗੇ ਜਦੋਂ ਅਕਾਲ ਪੁਰਖ ਨੇ ਕਾਲ ਦੇ ਨਾਲ ਚੋਟ ਕਰ ਦਿੱਤੀ, ਜਿਹੜੇ ਕਦੇ ਸੂਰਮੇ ਮੈਦਾਨੇ ਜੰਗ ਵਿੱਚ ਚੋਟ ਖਾਂਦੇ ਸਨ, ਬਿਨਾਂ ਢਾਲੇ ਤੋਂ ਲੜਦੇ ਸਨ, ਦੋ ਪੱਗ ਦੋ ਕਦਮ ਪਾਸੇ ਨਹੀਂ ਸਨ ਹਟਦੇ, ਉਹ ਕਾਲ ਦੀ ਚੋਟ ਨਹੀਂ ਸਹਾਰ ਸਕੇ। ਸਭ ਢਾਲਾਂ, ਸਭ ਓਟ ਆਸਰੇ ਮੌਤ ਤੋੜ ਕੇ ਉਹਨਾਂ ਨੂੰ ਲੈ ਜਾਂਦੀ ਹੈ। ਸੋ ਇੱਥੇ ਪਾਤਸ਼ਾਹ ਅੱਗੇ ਕਹਿੰਦੇ ਨੇ ਸਿੰਧ ਬਿਖੈ ਜੇ ਨਾ ਬੂਢੈ ਨਿਸਾਚਰ ਪਾਵਕ ਬਾਣ ਬਹੇ ਨਾ ਜਲੇ ਹੈ। ਜਿਹੜੇ ਦੈਂਤ ਕਹਿੰਦੇ ਸੀ ਸਮੁੰਦਰ ਹੀ ਪੀ ਜਾਈਏ ਵੀ ਇੰਨੀ ਤਾਕਤ ਇੰਨਾ ਹੰਕਾਰ ਸੀ, ਜਿਹੜੇ ਦੈਂਤ ਕਹਿੰਦੇ ਸੀ ਸਮੁੰਦਰ ਸਾਨੂੰ ਡਬੋ ਨਹੀਂ ਸਕਦਾ, ਚਾਹੇ ਫੌਜਾਂ ਦਾ ਸਮੁੰਦਰ ਚੜ੍ਹ ਕੇ ਆ ਜਾਵੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਨੂੰ ਹੰਕਾਰ ਸੀ ਉਹਨਾਂ ਨੂੰ ਅੱਗ ਨਹੀਂ ਸਾੜ ਸਕਦੀ। ਰਾਤ ਨੂੰ ਬੁਰੇ ਕਰਮ ਕਰਵਾਉਣ ਵਾਲੇ ਜਿਹੜੇ ਨਿਸਾਚਰ ਨੇ,
ਜਿਨ੍ਹਾਂ ਨੂੰ ਇਹ ਮਾਣ ਸੀ ਅਗਨੀ ਉਹਨਾਂ ਨੂੰ ਜਲਾ ਨਹੀਂ ਸਕਦੀ। ਕਹਿੰਦੇ ਤੇ ਅਸ ਤੋਰ ਬਿਲੋਕ ਅਲੋਕ ਸੋ ਲਾਜ ਕੋ ਛਾੜ ਕੇ ਭਾਜ ਚਲੇ ਹੈ। ਬੰਦੇ ਹੁਣ ਆਸੇ ਪਾਸੇ ਵੇਖ, ਏਡੇ ਏਡੇ ਸੂਰਬੀਰ ਮਹਾਬਲੀ ਜਿਹੜੇ ਨੇ, ਤੇ ਅਸ ਤੋਰ ਬਿਲੋਕ, ਤੇਰੇ ਅਸ ਤੇਰੇ ਹੱਥ ਵਿੱਚ ਤਲਵਾਰ ਵੇਖ ਕੇ, ਤੇਰੀ ਹੁਕਮ ਰੂਪੀ ਜਿਹੜੀ ਤਲਵਾਰ ਹੈ ਜਦੋਂ ਉਹ ਚੱਲੀ ਹੈ ਉਸ ਨੂੰ ਬਿਲੋਕ ਲਿਆ, ਵੇਖ ਲਿਆ। ਸੋ ਲਾਜ ਕੋ ਛਾੜ ਕੇ ਭਾਜ ਚਲੇ ਹੈ। ਸੋ ਐਸੇ ਜਿਹੜੇ ਦੈਂਤ ਨੇ ਸ਼ਰਮਿੰਦੇ ਹੋ ਕੇ ਨਾ, ਸ਼ਰਮਿੰਦੇ ਹੋ ਕੇ, ਜਿਹੜੇ ਕਹਿੰਦੇ ਸੀ ਇੱਕ ਕਦਮ ਪਿੱਛੇ ਨਹੀਂ ਹਟਣਾ ਮੈਦਾਨੇ ਜੰਗ 'ਚ, ਉਹ ਵੀ ਸ਼ਰਮਿੰਦੇ ਹੋ ਕੇ ਮੌਤ ਦੇ ਅੱਗੇ ਲੱਗ ਕੇ ਚਲੇ ਗਏ। ਇੱਥੇ ਇੱਕੋ ਹੀ ਅਕਾਲ ਹੈ, ਉਹ ਅਕਾਲ ਪੁਰਖ ਹੈ। ਦੈਂਤ ਦੇਵਤੇ ਸਾਰੇ ਕ੍ਰਿਤ ਨੇ, ਬਣਦੇ ਨੇ, ਮਿਟਦੇ ਨੇ। ਸਿੱਖ ਨੇ ਸਦਾ ਹੀ ਇੱਕ ਅਕਾਲ ਪੁਰਖ ਦੇ ਗੁਣ ਗਾਉਂਦੇ ਨੇ। ਇਹੀ ਪਾਤਸ਼ਾਹ ਦਾ ਫਰਮਾਨ ਹੈ। ਦਾਸ ਵਿਚਾਰ ਨੂੰ ਸੰਕੋਚਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।